ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰਉ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵਉ, ਹਿਰਦੈ ਧਿਆਵਉ। ਸ਼੍ਰੀ ਗੁਰ ਰਾਮਦਾਸ ਗੁਣ ਗਾਵਉ, ਸ਼੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ, ਸ਼੍ਰੀ ਹਰਿ ਰਾਏ ਨਾਮੋ ਕਰ ਜੋਰੇ, ਨਾਮੋ ਕਰ ਜੋਰੇ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੇ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ, ਧਾਰੋਂ ਧਾਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਧ, ਬੰਦੋਂ ਕਰ ਅਨੁਰਾਗ। ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ। ਵਿਘਨਾ ਵਿਨਾਸਨ ਸੋਏ, ਵਾਹਿਗੁਰੂ ਜੀ ਕੀ ਫਤਿਹ। ਵਿਘਨਾ ਵਿਨਾਸਨ ਸੋਏ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸਹੁ ਸੁਹਾਗਣ ਅਚਰਜ ਮਾਨਿਓ, ਦਰਸ਼ਨ ਕਰਨੇ ਹੇਤ ਲੁਭਾਨਿਓ। ਸੰਗ ਚਲਿਓ ਸ਼੍ਰੀ ਗੁਰ ਢੇਗਵਾਏ, ਅਚਰਜ ਮਾਨਿਓ। ਦਰਸ਼ਨ ਕਰਨੇ ਹੇਤ ਲੁਭਾਨਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ, ਜੁਗਾਹੋ ਜੁਗ ਅਟਲ। ਚਬਰ ਛਤਰ ਤਖਤ ਦੇ ਮਾਲਿਕ, ਹਲਤ ਪਲਤ ਕੇ ਰਖਿਅਕ। ਵਾਲੀਏ ਦੋ ਜਹਾਨ, ਸ਼ਬਦਾ ਅਵਤਾਰ ਸ਼ਬਦ ਗੁਰੂ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ
ਗੁਰੂ ਸਵਾਰੀ ਸਾਧ ਸੰਗਤ ਜੀਓ, ਤਖਤ ਸਾਹਿਬ ਜੀ ਦੀ ਨਿਤ ਮਰਿਆਦਾ। ਨਿਤਨੇਮ ਅਨੁਸਾਰ ਸ਼ਾਮਾਂ ਦੇ ਦੀਵਾਨ ਸਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਗੁਰੂ ਸਾਹਿਬਾਨਾਂ ਦਾ ਇਤਿਹਾਸ ਸਰਵਣ ਕਰਨਾ ਕੀਤਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਜਲੰਦੇ ਨੂੰ ਤਾਰਦਿਆਂ ਸਤਿਗੁਰੂ ਮਹਾਰਾਜ ਜੀ ਨੇ ਮੁਲਤਾਨ ਦੀ ਧਰਤੀ ਦਾ ਮਹਾਰਾਜ ਜੀ ਨੇ ਯਾਤਰਾ ਕਰਨੀ ਕੀਤੀ ਹੈ। ਮੇਲਿਓਂ ਬਾਬਾ ਉੱਠਿਆ ਮੁਲਤਾਨੇ ਦੀ ਜ਼ਿਆਰਤ ਜਾਈ। ਅੱਗੋਂ ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ। ਬਾਬੇ ਕੱਢ ਕਰ ਬਗਲ ਤੇ ਚੰਬੇਲੀ ਦੁੱਧ ਵਿੱਚ ਮਿਲਾਈ। ਜਿਉ ਸਾਗਰ ਮਹਿ ਗੰਗ ਸਮਾਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਇਸ ਫੇਰੀ ਦੇ ਬਾਬਤ ਭਾਈ ਗੁਰਦਾਸ ਸਾਹਿਬ ਜੀਆਂ ਨੇ ਆਪਣੇ ਵਾਰਾਂ ਦੇ ਵਿੱਚ ਬਚਨ ਕਰਨਾ ਕੀਤਾ। ਇਸ ਤਰ੍ਹਾਂ ਮੁਲਤਾਨ ਆਦਿਕ ਦਾ ਦੌਰਾ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਇਲਾਕਿਆਂ ਦੇ ਵਿੱਚ ਜਦੋਂ ਗੁਰਸਿੱਖੀ ਦਾ ਪ੍ਰਚਾਰ ਕਰਨਾ ਕੀਤਾ। ਵਾਪਸ ਮੁੜਦਿਆਂ ਹੋਇਆਂ ਸਤਿਗੁਰੂ ਮਹਾਰਾਜ ਜਦੋਂ ਮਹਾਰਾਜ ਜੀ ਇਸ ਯਾਤਰਾ ਦੇ ਵਿੱਚ ਸਨ, ਅਰਬ ਦੀ ਯਾਤਰਾ ਦੇ ਵਿੱਚ ਸਨ, ਤੇ ਜਿਸ ਤਰ੍ਹਾਂ ਕਿ ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਇਹ ਇਤਿਹਾਸ ਨੂੰ ਸਰਵਣ ਕੀਤਾ ਸੀ। ਇੱਕ ਬਹੁਤ ਵੱਡਾ ਪਖੰਡੀ ਜਿਹੜਾ ਹੈ ਸ਼ੌ ਸੁਹਾਗਣ, ਉਹ ਕੀ ਕਰਦਾ ਸੀ, ਲੋਕਾਂ ਨੂੰ ਠੱਗਦਾ ਤੇ ਪੁੰਨਿਆਂ ਦੀ ਰਾਤ ਨੂੰ ਬਹੁਤ ਵੱਡਾ ਉਹਦੇ ਡੇਰੇ ਦੇ ਵਿੱਚ ਮੇਲਾ ਲੱਗਦਾ ਸੀ। ਲੋਕਾਂ ਨੂੰ ਉਹ ਭਰਮਿਤ ਕਰਦਾ, ਕਹਿੰਦਾ ਕਿ ਅੱਜ ਪ੍ਰਮਾਤਮਾ ਦੇ ਨਾਲ ਮੇਰਾ ਮਿਲਾਪ ਹੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਉਹਦੇ ਡੇਰੇ ਦੇ ਵਿੱਚ ਗਏ, ਉਹਦੇ ਚੇਲੇ ਬਾਲਕਿਆਂ ਨੂੰ ਕਿਹਾ ਕਿ ਭਾਈ ਤੁਹਾਡਾ ਸੰਤ ਜਿਹੜਾ ਹੈ ਉਹਨੂੰ ਮਿਲਣਾ ਹੈ। ਤੇ ਅੱਗੋਂ ਜਾ ਕਰਕੇ ਉਹਨਾਂ ਨੇ ਸ਼ੌ ਨੂੰ ਕਹਿ ਦਿੱਤਾ ਤੇ ਸ਼ੌ ਸੁਹਾਗਣ ਕਹਿਣ ਲੱਗਾ, ਨਹੀਂ ਭਾਈ ਅੱਜ ਮੈਂ ਬਹੁਤ ਜ਼ਿਆਦਾ ਬੀਜੀ ਹਾਂ, ਅੱਜ ਤਾਂ ਬਹੁਤ ਮੇਲਾ ਲੱਗਦਾ, ਮੇਰੇ ਸ਼ਰਧਾਲੂ ਆਉਂਦੇ ਹਨ, ਕੋਈ ਬਾਬੇ ਨੂੰ ਕੋਈ ਜੋ ਮਰਜ਼ੀ ਹੋਵੇ ਉਹਨਾਂ ਨੂੰ ਨਹੀਂ ਮਿਲਣਾ। ਸਤਿਗੁਰੂ ਮਹਾਰਾਜ ਜਦੋਂ ਮੁੜ ਕੇ ਆਏ ਤੇ ਇਹੋ ਜਿਹੀ ਕਿਰਪਾ ਵਰਤੀ ਮਹਾਰਾਜ ਜੀ ਦੀ ਜੋ ਇਹ ਪਖੰਡ ਕਰਦਾ ਸੀ, ਤੇ ਮਹਾਰਾਜ ਜੀ ਨੇ ਉਹਦਾ ਪਾਜ ਉਘੇੜ ਕਰਕੇ ਰੱਖ ਦਿੱਤਾ। ਤੇ ਡਕੈਤਾਂ ਨੇ ਜਦੋਂ ਹਮਲਾ ਕਰਨਾ ਕੀਤਾ, ਜਦੋਂ ਉਥੇ ਗੱਲਬਾਤ ਵੱਧ ਗਈ ਹੈ, ਬਹੁਤ ਜ਼ਿਆਦਾ ਉਥੇ ਰੌੜਾ ਗੌੜਾ ਮਚ ਗਿਆ, ਤਾਂ ਰੂਪ ਧਾਰਨ ਕਰਕੇ ਮੈਂ ਆਪਣੇ ਸ਼ੌ ਦੇ ਨਾਲ ਪਰਮਾਤਮਾ ਰੂਪੀ ਪਤੀ ਦੇ ਨਾਲ ਮੈਨੇ ਮਿਲਣਾ ਹੈ ਤੇ ਅੰਦਰ ਖਾਤੇ ਇਸਤਰੀ ਦੇ ਨਾਲ ਮੰਦ ਕਰਮ ਇਹਨੇ ਕਰਨਾ ਕੀਤਾ। ਇਹਨੇ ਪਖੰਡ ਜਿਹੜਾ ਲਾ ਕਰਕੇ ਹੁਣ ਸੱਚੇ ਮਨ ਦੇ ਨਾਲ ਪਰਮਾਤਮਾ ਦੀ ਬੰਦਗੀ ਕਰਦਾ, ਇਹ ਰੱਬ ਦੀ ਇਬਾਦਤ ਕਰਦਾ ਸੀ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਭੂਲੇ ਮਾਰਗ ਜਿਨਹਿ ਬਤਾਇਆ ਐਸਾ ਗੁਰਵਡ ਭਾਗੀ ਪਾ। ਜਿਹੜੇ ਭੁੱਲੇ ਲੋਕ ਹਨ ਉਹਨਾਂ ਨੂੰ ਸਤਿਗੁਰੂ ਮਹਾਰਾਜ ਜੀ ਰਾਹ ਪਾਉਂਦੇ ਹਨ। ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੈ ਮਾਰਗ ਪਾਵੈ। ਕੋਈ ਔਗਣੀਆਰਾ ਜਿਹੜਾ ਹੈ, ਕੋਈ ਨਿਕੰਮਾ ਜਿਹੜਾ ਹੈ, ਉਹ ਚੱਲ ਜਾਵੇ, ਜੀ ਨੂੰ ਬੇਨਤੀ ਕਰੇ, ਉਹ ਚਰਨ ਸ਼ਰਨ ਦੇ ਵਿੱਚ ਆ ਜਾਵੇ, ਮਹਾਰਾਜ ਉਹਦੇ ਪਿਛਲੇ ਗੁਨਾਹਾਂ ਨੂੰ ਬਖਸ਼ ਲੈਂਦੇ ਹਨ। ਆਗੈ ਮਾਰਗ ਪਾਵੇ, ਉਹਨੂੰ ਫਿਰ ਅੱਗੇ ਸ਼੍ਰੇਸ਼ਟ ਮਾਰਗ ਦੇ ਉੱਤੇ ਉਹਨੂੰ ਪਾ ਦਿੰਦੇ ਹਨ। ਭਾਈ ਨੰਦ ਲਾਲ ਜੀ ਦਾ ਬਚਨ ਆਉਂਦਾ ਕਿ ਸਾਰੀ ਉਮਰ ਗੁਨਾਹੀ ਕੀਤੀ, ਹਰ ਕੀ ਭਗਤ ਨਾ ਕੀਤੀ, ਆਗੈ ਸੰਭਲ ਚਲੋ ਨੰਦ ਲਾਲਾ ਪਾਛੈ, ਜੋ ਬੀਤੀ ਸੋ ਬੀਤੀ। ਇਹ ਕਵੀ ਨੰਦ ਲਾਲ ਜੀ ਵੱਖਰੇ ਹੋਏ ਹਨ ਤੇ ਉਹਨਾਂ ਦਾ ਇਹ ਬਚਨ ਹੈ। ਸਤਿਗੁਰੂ ਮਹਾਰਾਜ ਜੀ ਦੇ ਮੁੱਖ ਕਵੀਆਂ ਦੇ ਵਿੱਚੋਂ ਇਹ ਵੀ ਇੱਕ ਕਵੀ ਸਨ। ਕਹਿਣ ਦਾ ਭਾਵ ਉਹਨਾਂ ਨੇ ਵੀ ਕਿਹਾ ਕਿ ਜੋ ਪਿੱਛੇ ਬੀਤ ਗਿਆ ਉਹ ਬੀਤ ਗਿਆ, ਅੱਗੇ ਵਾਸਤੇ ਸਾਨੂੰ ਸੰਭਲ ਕੇ ਚੱਲਣਾ ਚਾਹੀਦਾ। ਜਦੋਂ ਸ਼ੌ ਸੁਹਾਗਣ ਸੰਭਲ ਕੇ ਚੱਲ ਰਿਹਾ ਸੀ, ਸਤਿਗੁਰੂ ਮਹਾਰਾਜ ਦੁਬਾਰਾ ਉਸ ਨਗਰ ਦੇ ਵਿੱਚ ਆਏ। ਉਹਨੇ ਵੇਖ ਲਿਆ ਇਹ ਤਾਂ ਉਹੀ ਬਾਬਾ ਹਨ ਜਿਹੜੇ ਆਏ ਸੀ ਨਾ ਮੇਰੇ ਕੋਲ, ਮੈਂ ਅਹੰਕਾਰ ਦਾ ਮਾਰਿਆ ਇਹਨਾਂ ਨੂੰ ਨਹੀਂ ਮਿਲਣਾ ਕੀਤਾ।
ਇਹਨਾਂ ਦੇ ਨਾਲ ਚਾਹੀਦਾ ਤਾਂ ਸੀ, ਇਹਨਾਂ ਦੇ ਦਰਸ਼ਨ ਕਰਨੇ ਚਾਹੀਦੇ। ਹੁਣ ਪਛਤਾਪ ਮਨ ਵਿੱਚ ਹੁੰਦਾ, ਭੱਜ ਕਰਕੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਪੈ ਗਿਆ। ਕਿਹਾ, ਸਤਿਗੁਰੂ ਮਹਾਰਾਜ ਕਿਰਪਾ ਕਰੋ, ਮੇਰਾ ਉਧਾਰ ਕਰਨਾ ਕਰੋ, ਮੈਨੂੰ ਬਖਸ਼ ਲੈਣਾ ਕਰੋ। ਬਹੁਤ ਗੁਨਾਹ ਕਰਨੇ ਕੀਤੇ ਮਹਾਰਾਜ, ਤੇ ਆਗੇ ਮੈਨੂੰ ਹੁਣ ਮਾਰਗ ਤੇ ਪਾਓ ਤੇ ਮੇਰੇ ਪਿਛਲੇ ਸਾਰੇ ਅਵਗੁਣਾਂ ਨੂੰ ਬਖਸ਼ ਲਾਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਕਿਉਂਕਿ ਪਿਆਰਿਓ ਪਤਿਤ ਉਦਾਹਰਣ ਸਤਿਗੁਰ ਮੇਰਾ, ਮੋਹਿ ਤਿਸ ਕਾ ਭਰਵਾਸਾ, ਬਖਸ਼ ਲਏ ਸਭ ਸੱਚੇ ਸਾਹਿਬ, ਸੁਣ ਨਾਨਕ ਕੀ ਅਰਦਾਸਾ। ਜਦੋਂ ਆਪਾਂ ਅਰਦਾਸ ਕਰਦੇ ਆਂ, ਬੇਨਤੀ ਕਰਦੇ ਆਂ, ਤੇ ਵੱਡੇ ਵੱਡੇ ਜੋ ਪਾਪੀ ਹਨ, ਪਤਿਤ ਹਨ, ਪਾਮਰ ਹਨ, ਤੇ ਸਤਿਗੁਰੂ ਮਹਾਰਾਜ ਉਹਨਾਂ ਪਤਿਤਾਂ ਦਾ ਉਧਾਰ ਕਰਨਾ ਕੀਤਾ, ਉਹਨਾਂ ਦੀ ਕਲਿਆਣ ਕਰਨੀ ਕੀਤੀ ਹੈ। ਇਤਿਹਾਸ ਜੇ ਆਪਾਂ ਪੜ੍ਹਦੇ ਨਾ ਪਿਆਰਿਓ, ਤੇ ਕਦੇ ਮਹਾਰਾਜ ਜੀ ਦਾ ਇਤਿਹਾਸ ਪੜ੍ਹ ਕੇ ਵੇਖੋ। ਜਦੋਂ ਸਤਿਗੁਰੂ ਮਹਾਰਾਜ ਕਿਸੇ ਜੰਗਲੀ ਇਲਾਕੇ ਦੇ ਵਿੱਚ ਗਏ ਸਨ, ਤੇ ਉੱਥੋਂ ਦੇ ਲੋਕ, ਜੰਗਲੀ ਲੋਕ, ਅੱਜ ਵੀ ਪਿਆਰਿਓ ਦੁਨੀਆ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਖਿੱਤੇ ਹਨ, ਬਹੁਤ ਸਾਰੇ ਇਹੋ ਜਿਹੇ ਵੱਡੇ ਵੱਡੇ ਜੰਗਲ, ਖਾਸ ਕਰਕੇ ਹਿੰਦੁਸਤਾਨ ਦੇ ਵਿੱਚ ਵੀ ਕੁਛ ਇਹੋ ਜਿਹੀਆਂ ਸੱਭਿਅਤਾਵਾਂ ਹਨ, ਜੰਗਲੀ ਲੋਕ ਜੋ ਹਨ, ਆਦੀਵਾਸੀ ਲੋਕ ਜਿਨ੍ਹਾਂ ਨੂੰ ਕਿਹਾ ਜਾਂਦਾ। ਤੇ ਉਹ ਲੋਕ ਰਿਹਾ ਕਰਦੇ, ਤੇ ਉਹਨਾਂ ਦੇ ਕੋਲ ਜ਼ਿਆਦਾ ਸਾਧਨ ਨਹੀਂ ਹੁੰਦੇ ਹਨ। ਜਿਸ ਤਰ੍ਹਾਂ ਉਹਨਾਂ ਦੀ ਪਰੰਪਰਾ ਹੈ, ਅੱਜ ਵੀ ਕਈ ਅਸਥਾਨ ਹਨ, ਤੇ ਸਰਕਾਰ ਨੇ ਉਹਨਾਂ ਨੂੰ ਫਿਰ ਬੈਨ ਕੀਤਾ, ਕੋਈ ਬਾਰੀ ਬੰਦਾ ਉਹਨਾਂ ਦੇ ਵਿੱਚ ਦਖਲ ਅੰਦਾਜ਼ੀ ਨਾ ਕਰੇ, ਉਹ ਆਪਣੀ ਮਰਿਆਦਾ ਮੁਤਾਬਕ ਜੀ ਸਕਦੇ ਹਨ। ਤੇ ਪਹਿਲੇ ਜ਼ਮਾਨੇ ਸਤਿਗੁਰੂ ਮਹਾਰਾਜ ਜੀ ਦੇ ਵੇਲੇ ਪਿਆਰਿਓ, ਤੇ ਨਰ ਬਲੀਆਂ ਦੀ ਵੀ ਬਹੁਤ ਜ਼ਿਆਦਾ ਮਹਾਨਤਾ ਸੀ। ਇਹੋ ਜਿਹੇ ਲੋਕ ਰਾਖਸ਼ ਬਿਰਤੀ ਦੇ ਲੋਕ ਹੋਇਆ ਕਰਦੇ, ਜੋ ਕੀ ਕਰਦੇ ਸਨ, ਕੋਈ ਵੀ ਮਨੁੱਖ ਜੇ ਨਜ਼ਰ ਆ ਜਾਵੇ ਉਹਨੂੰ ਫੜ ਕਰਕੇ ਬਲੀ ਦੇ ਦੇਣਾ, ਉਹਨੂੰ ਮਾਰ ਕਰਕੇ ਕੱਚਾ ਉਹਦਾ ਮਾਸ ਛਕ ਲਿਆ ਕਰਦੇ ਸਨ, ਉਹਨੂੰ ਚਬਾ ਜਾਇਆ ਕਰਦੇ। ਸਤਿਗੁਰੂ ਮਹਾਰਾਜ ਇੱਕ ਇਹੋ ਜਿਹੇ ਜੰਗਲੀ ਇਲਾਕੇ ਦੇ ਵਿੱਚ ਜਦੋਂ ਗਏ, ਮਹਾਰਾਜ ਜੀ ਬੈਠੇ ਹੋਏ ਸਨ। ਉੱਥੋਂ ਦਾ ਜੋ ਰਾਜਾ ਜੋ ਹੈ, ਜੰਗਲੀਆਂ ਦਾ ਜੋ ਰਾਜਾ, ਕਬੀਲਦਾਰ ਜਿਹਨੂੰ ਬੋਲਦੇ, ਉਹਨਾਂ ਦਾ ਆਗੂ ਜਿਹੜਾ, ਉਹਦੀ ਸਵਾਰੀ ਨਿਕਲ ਰਹੀ ਸੀ। ਉਹਨੇ ਦੂਰੋਂ ਵੇਖਿਆ, ਤੇ ਵੇਖ ਕਰਕੇ ਨਾਲਦਿਆਂ ਨੂੰ ਕਹਿੰਦਾ, ਲਓ ਭਾਈ, ਆ ਤਿੰਨ ਜਿਹੜੇ ਹੱਟੇ ਕੱਟੇ ਬੰਦੇ ਨਜ਼ਰ ਆ ਰਹੇ ਹਨ, ਮਨੁੱਖ ਨਜ਼ਰ ਆ ਰਹੇ, ਬਹੁਤ ਚਿਰ ਹੋ ਗਿਆ ਆਪਾਂ ਲੋਕਾਂ ਦਾ, ਬੰਦਿਆਂ ਦਾ ਮਾਸ ਨਹੀਂ ਛਕਣਾ ਕੀਤਾ, ਚਲੋ ਇਹਨਾਂ ਨੂੰ ਫੜ ਕੇ ਲੈ ਕੇ ਆਓ, ਇਹਨਾਂ ਨੂੰ ਫੜ ਕੇ ਲੈ ਕੇ ਆਓ। ਤੇ ਮਹਾਰਾਜ ਜੀ ਨੇ ਇਹੋ ਜਿਹੀ ਕਲਾ ਵਰਤਾਉਣੀ ਕੀਤੀ, ਸਤਿਗੁਰੂ ਮਹਾਰਾਜ ਜੀ ਦੀ ਕਲਾ ਦੇ ਅੱਗੇ ਇਹ ਨਤਮਸਤਕ ਹੋ ਗਏ ਤਾਂ ਸੀ ਨਾ। ਸਤਿਗੁਰੂ ਮਹਾਰਾਜ ਜੀ ਨੂੰ ਮਾਰਨ ਵਾਸਤੇ ਫੜ ਲਿਆ ਸੀ, ਕਹਿੰਦੇ ਜੀ ਇਹਨਾਂ ਨੂੰ ਝਟਕਾ ਦਿਓ, ਮਾਰ ਦਿਓ। ਤੇ ਫਿਰ ਕੀ ਹੋਇਆ, ਜਿਸ ਮੂਰਤ ਦੇ ਅੱਗੇ ਬਲੀ ਦੇਣੀ ਸੀ, ਸਭ ਤੋਂ ਪਹਿਲੇ ਇਹਨਾਂ ਨੇ ਭਾਈ ਬਾਲੇ ਨੂੰ ਅੱਗੇ ਕਰ ਦਿੱਤਾ। ਤੇ ਭਾਈ ਬਾਲੇ ਨੂੰ ਮਾਰਨਾ ਤਾਂ ਇੱਕ ਪਾਸੇ ਰਿਹਾ, ਜਦੋਂ ਗਏ ਭਾਈ ਬਾਲੇ ਨੂੰ ਥੱਲੇ ਰੱਖ ਦਿੱਤਾ। ਸਤਿਗੁਰੂ ਮਹਾਰਾਜ ਜੀ ਨੇ ਕਿਹਾ, ਭਾਈ ਬਾਲਿਆ, ਡਰਨ ਦੀ ਕੋਈ ਲੋੜ ਨਹੀਂ ਹੈ, ਆਪ ਪਰਵਤਗਾਰ, ਆਪ ਪ੍ਰਮਾਤਮਾ ਨੇ ਅੰਗ ਸੰਗ ਸਹਾਈ ਹੋਣਾ। ਤੇ ਪਿਆਰਿਓ, ਦੇਵਨੇਤ ਕਿਸ ਤਰ੍ਹਾਂ ਵਾਪਰੀ, ਰਾਜਾ ਨਾਲ ਖੜੋਤਾ ਹੋਇਆ ਸੀ। ਤੇ ਫਿਰ ਜਿਹੜਾ ਕਸਾਈ, ਜਿਹੜਾ ਝਟਕਾਉਣ ਵਾਲਾ ਬੰਦਿਆਂ ਨੂੰ, ਉਹਨੂੰ ਆਰਡਰ ਦੇ ਦਿੱਤਾ, ਪੂਜਾ ਪਾਠ ਹੋ ਗਈ, ਕਹਿੰਦੇ ਸੰਕੇਤ ਕਰ ਦਿੱਤਾ ਇਹਨੂੰ ਮਾਰ ਦਿੱਤਾ ਜਾਵੇ। ਤੇ ਜੋ ਬਲੀ ਲੈਣ ਵਾਲਾ ਸੀ, ਝਟਕਾਉਣ ਵਾਲਾ, ਉਹਨੇ ਘੁਮਾ ਕੇ ਜਦੋਂ ਤਲਵਾਰ ਮਾਰੀ, ਇਸ ਤਰ੍ਹਾਂ ਤਲਵਾਰ ਹਵਾ ਆ ਗਈ ਹੈ, ਹਵਾ ਦੇ ਨਾਲ ਉਹ ਥਿਰਕ ਗਿਆ। ਵਾਰ ਕਰਨਾ ਸੀ ਭਾਈ ਬਾਲੇ ਨੂੰ, ਤੇ ਉਹਦਾ ਰਾਜਾ ਜਿਹੜਾ ਉਹ ਝਟਕਿਆ ਗਿਆ। ਫਿਰ ਸਾਰੇ ਭੈਭੀਤ ਹੋ ਗਏ, ਮਹਾਰਾਜ ਜੀ ਦੀ ਸ਼ਰਨ ਵਿੱਚ ਆਏ। ਸਤਿਗੁਰੂ ਮਹਾਰਾਜ ਜੀ ਨੇ ਇੰਨੇ ਵੱਡੇ ਜੋ ਪਾਪੀ ਸਨ, ਜੋ ਮਹਾਰਾਜ ਜੀ ਨੂੰ ਆਪ ਮਾਰਨ ਵਾਸਤੇ ਆਏ, ਉਹਨਾਂ ਦਾ ਵੀ ਸਤਿਗੁਰੂ ਮਹਾਰਾਜ ਜੀ ਨੇ ਉਧਾਰ ਕਰਨਾ ਕੀਤਾ। ਇਸ ਤਰ੍ਹਾਂ ਹੀ ਸੌ ਸੁਹਾਗਣ ਵੀ ਮਹਾਰਾਜ ਜੀ ਦੀ ਜਦੋਂ ਸ਼ਰਨ ਵਿੱਚ ਆਇਆ, ਮਹਾਰਾਜ ਜੀ ਨੇ ਕਿਰਪਾ ਕਰਨੀ ਕੀਤੀ ਹੈ। ਤੇ ਜਿਨ ਨਾਨਕ ਸਤਿਗੁਰ ਪੂਜਿਆ, ਤਿਨ ਹਰ ਪੂਜ ਕਰਾਇਆ। ਜਿਨ੍ਹਾਂ ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਜੀ ਦੀ ਸੇਵਾ ਪੂਜਾ ਕਰਨੀ ਕੀਤੀ, ਅਗੋਂ ਸਤਿਗੁਰੂ ਮਹਾਰਾਜ ਜੀ ਨੇ ਹਰ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰ ਕਰਾਈ। ਆਪਣੇ ਸੇਵਕਾਂ ਦੀ ਜੈ ਜੈਕਾਰ ਕਰਾਉਣ ਵਾਸਤੇ ਮਹਾਰਾਜ ਜੀ ਨੇ ਇੱਕ ਕੌਤਕ ਰਚਨਾ ਕੀਤਾ। ਸਤਿਗੁਰੂ ਮਹਾਰਾਜ ਮੌਜਾਂ ਦੇ ਵਿੱਚ ਉਹ ਨਗਰ ਦੇ ਵਿੱਚ ਬੈਠੇ ਹੋਏ ਸਨ। ਇੱਕ ਹੱਥ ਪੈਰ ਕਰਕੇ ਲੰਗੜਾ ਲੂਲਾ ਬੰਦਾ ਮਹਾਰਾਜ ਜੀ ਦੀ ਸ਼ਰਨ ਵਿੱਚ ਆਇਆ।
ਮਹਾਰਾਜ ਜੀ ਨੇ ਕਿਰਪਾ ਕੀਤੀ, ਉਹਦੇ ਵਿੰਗ ਸਿੱਧੇ ਹੋ ਗਏ, ਹੱਥ ਪੈਰ ਰਾਜੀ ਬਾਜੀ ਹੋ ਗਏ, ਨਵਾਂ ਨਿਰੋਗਾ ਹੋ ਗਿਆ। ਤੇ ਮਹਾਰਾਜ ਜੀ ਨੇ ਕਿਹਾ, ਭਾਈ ਹੁਣ ਤੈਨੂੰ ਜੋ ਵੀ ਪੁੱਛੇਗਾ ਕਿ ਤੇਰੇ ਉੱਤੇ ਕਿਹਦੀ ਕਿਰਪਾ ਹੋਈ ਹੈ, ਤੇਰੇ ਹੱਥ ਪੈਰ ਕਿਸ ਤਰ੍ਹਾਂ ਸਿੱਧੇ ਹੋਏ, ਆਪਣੇ ਸੇਵਕ ਦਾ ਜੈ ਜੈਕਾਰ ਕਰਾਉਣ ਦੇ ਵਾਸਤੇ। ਉਹੀ ਪਾਪੀ ਹੈ ਪਿਆਰਿਓ ਜਿਹਦਾ ਪਾਜ ਵੀ ਸਤਿਗੁਰੂ ਮਹਾਰਾਜ ਜੀ ਨੇ ਉਘੇੜਨਾ ਕੀਤਾ, ਲੋਕਾਂ ਵਿੱਚ ਦੱਸਿਆ ਕਿ ਇਹ ਲੋਕ ਇਸ ਤਰ੍ਹਾਂ ਠੱਗਦੇ ਹਨ। ਜਦੋਂ ਉਹ ਚੰਗੇ ਰਾਹ ਦੇ ਉੱਤੇ, ਖੁਦਾ ਪਰਮਾਤਮਾ ਦੇ ਰਾਹ ਦੇ ਉੱਤੇ ਪੈ ਗਿਆ ਤਾਂ ਉਹਦੀ ਪੂਜਾ ਕਰਾਉਣ ਵਾਸਤੇ ਮਹਾਰਾਜ ਜੀ ਨੇ ਕਹਿ ਦਿੱਤਾ ਉਸ ਬੰਦੇ ਨੂੰ ਕਿ ਜੋ ਵੀ ਤੈਨੂੰ ਪੁੱਛੇ ਕਹਿ ਦੇਣਾ ਭਾਈ ਸ਼ੌ ਸੁਹਾਗਣ ਨੇ ਕਿਰਪਾ ਕੀਤੀ, ਉਹਨੇ ਮੈਨੂੰ ਆਸ਼ੀਰਵਾਦ ਦਿੱਤਾ, ਤਾਂ ਕਰਕੇ ਮੇਰੇ ਹੱਥ ਪੈਰ ਸਿੱਧੇ ਹੋ ਗਏ। ਹੁਣ ਇੱਕ ਚਰਚਾ ਫੈਲ ਗਈ, ਲੋਕੀ ਹੁਣ ਸ਼ੌ ਸੁਹਾਗਣ ਦੇ ਕੋਲ ਆਉਂਦੇ ਹਨ। ਇੱਥੋਂ ਤੱਕ ਪਿਆਰਿਓ ਆਪਾਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਗੁਰੂ ਮਹਾਰਾਜ ਜੀ ਦਾ ਇਹ ਇਤਿਹਾਸ, ਇਹ ਕਥਾ ਨੂੰ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰਨਾ ਕੀਤਾ ਸੀ। ਆਓ ਪਿਆਰਿਓ ਅਗਲੀ ਜੋ ਆਉਣ ਵਾਲੀ ਕਥਾ ਉਹਨੂੰ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਤੇ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਂਦਿਆਂ ਹੋਇਆਂ ਪ੍ਰੇਮ ਤੇ ਸਤਿਕਾਰ ਸਹਿਤ ਉਚਾਰਨ ਕਰਨਾ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸ਼ਹ ਸੁਹਾਗਣ ਅਚਰਜ ਮਾਨਿਓ। ਜਦੋਂ ਪਿਆਰਿਓ ਬਹੁਤ ਸਾਰੇ ਲੋਕ ਸ਼ਰਧਾ ਭਾਵਨਾ ਦੇ ਨਾਲ ਸ਼ੌ ਸੁਹਾਗਣ ਦੇ ਕੋਲ ਆਉਂਦੇ, ਉਹਦੇ ਅੱਗੇ ਹੱਥ ਜੋੜਦੇ ਹਨ, ਸ਼ੌ ਸੁਹਾਗਣ ਨੇ ਬੜਾ ਅਸਚਰਜ ਮੰਨਣਾ ਕੀਤਾ। ਦਰਸ਼ਨ ਕਰਨੇ ਹੇਤ ਲੁਭਾਨੇ। ਉਹਦੇ ਵੀ ਮਨ ਵਿੱਚ ਆਇਆ, ਦੁੱਖ ਹੋਵੇ, ਕੋਈ ਤਕਲੀਫ ਹੋਵੇ, ਲੋਕੀ ਆ ਕਰਕੇ ਜਦੋਂ ਅਰਦਾਸ ਉਹਦੇ ਕੋਲ ਬੇਨਤੀ ਕਰਦੇ, ਉਹਨੇ ਵੀ ਫਿਰ ਪਿਆਰਿਓ ਇਸ ਗੱਲ ਦੀ ਪਰਚੋਲਨਾ ਕਰਨੀ ਕੀਤੀ ਹੈ, ਭਾਣਾ ਕੀ ਵਰਤਿਆ। ਤੇ ਉਹਨਾਂ ਨੇ ਦੱਸ ਦਿੱਤਾ ਕਿ ਭਾਈ ਉਹ ਫਲਾਣਾ ਲੰਗੜਾ ਲੂਲਾ ਬੰਦਾ ਜਿਹੜਾ ਨਾ, ਉਹਦੇ ਹੱਥ ਪੈਰ ਤੂਨੇ ਸਿੱਧੇ ਕਰ ਦਿੱਤੇ। ਉਹਨੇ ਕਹਿ ਦਿੱਤਾ ਇਸ ਕਰਕੇ ਕਿਉਂਕਿ ਲੋਕੀ ਤਾਂ ਪਿਆਰਿਓ ਦੁਖੀ ਹਨ, ਬਹੁਤ ਜ਼ਿਆਦਾ ਦੁਖੀ ਹਨ, ਤੇ ਫਿਰ ਆਪਣਾ ਦੁੱਖ ਲੈ ਕਰਕੇ ਉਹ ਪਹੁੰਚ ਰਹੇ ਸੀ। ਤੇ ਉਹਨੇ ਫਿਰ ਜਦੋਂ ਉਹਨੂੰ ਪੁੱਛਿਆ ਤੇ ਕਿਹਾ ਸੱਚ ਸੱਚ ਦੱਸ ਭਾਈ, ਕਿਉਂਕਿ ਤੂੰ ਤਾਂ ਮੇਰੇ ਕੋਲ ਨਹੀਂ ਆਇਆ, ਮੈਨੇ ਤਾਂ ਤੇਰੇ ਉੱਤੇ ਕੋਈ ਰਹਿਮ ਕੋਈ ਕਿਰਪਾ ਨਹੀਂ ਕਰਨੀ ਕੀਤੀ। ਫਿਰ ਉਸ ਲੰਗੜੇ ਲੂਲੇ ਬੰਦੇ ਨੇ ਕਹਿ ਦਿੱਤਾ ਸੱਚ ਜਾਣ ਭਾਈ, ਆ ਇੱਕ ਬਾਬਾ ਜੀ ਆਏ ਨਾ ਗੁਰੂ ਨਾਨਕ ਦੇਵ ਜੀ ਮਹਾਰਾਜ, ਅਸਲ ਦੇ ਵਿੱਚ ਮੇਰੇ ਉੱਤੇ ਕਿਰਪਾ ਉਹਨਾਂ ਨੇ ਕਰਨੀ ਕੀਤੀ ਹੈ, ਉਹਨਾਂ ਦੀ ਕਿਰਪਾ ਕਰਕੇ ਮੈਂ ਰਾਜੀ ਬਾਜੀ ਹੋ ਗਿਆ। ਤੇ ਫਿਰ ਸ਼ੌ ਪੁੱਛਦਾ ਕਿ ਉਹਨਾਂ ਦਾ ਨਾਂ ਕਿਉਂ ਨਹੀਂ ਦੱਸਦਾ ਭਾਈ, ਤੂੰ ਉਹਨਾਂ ਦਾ ਜੈ ਜੈਕਾਰ ਕਰਾਉਣਾ ਕਰ, ਐਵੇਂ ਲੋਕਾਂ ਨੂੰ ਮੇਰੇ ਮਗਰ ਕਿਉਂ ਲਾ ਰਿਹਾ। ਤੇ ਫਿਰ ਉਹ ਲੰਗੜੇ ਨੇ ਕਹਿ ਦਿੱਤਾ, ਜਿਹੜਾ ਪਹਿਲੇ ਲੰਗੜਾ ਲੂਲਾ ਸੀ, ਉਹਨੇ ਕਹਿ ਦਿੱਤਾ ਕਿ ਮੈਨੂੰ ਮਹਾਰਾਜ ਜੀ ਦਾ ਹੁਕਮ ਹੋਇਆ। ਮਹਾਰਾਜ ਜੀ ਨੇ ਕਿਹਾ ਕਿ ਭਾਈ ਕੋਈ ਵੀ ਤੈਨੂੰ ਪੁੱਛੇ ਕਿ ਭਾਈ ਤੇਰੀ ਆ ਬਿਮਾਰੀ ਕਿਸ ਤਰ੍ਹਾਂ ਠੀਕ ਹੋਈ ਹੈ, ਕਿਸ ਤਰ੍ਹਾਂ ਤੂੰ ਰਾਜੀ ਬਾਜੀ ਹੋਇਆ ਹੈ, ਤੇ ਫਿਰ ਤੂਨੇ ਇਹੀ ਦੱਸਣਾ ਗੁਰੂ ਨਾਨਕ ਦੇਵ ਜੀ ਦਾ ਨਾਂ ਨਹੀਂ ਲੈਣਾ, ਸ਼ਹੋ ਸੁਹਾਗਣ ਦਾ ਨਾਮ ਲੈਣਾ। ਤੇ ਮਹਾਰਾਜ ਜੀ ਨੇ ਬਚਨ ਕੀਤਾ, ਤਾਂ ਕਰਕੇ ਭਾਈ ਮੈਂ ਤੇਰਾ ਪ੍ਰਚਾਰ ਕਰ ਰਿਹਾ ਹਾਂ। ਸੰਗ ਚਲਿਓ ਸ਼੍ਰੀ ਗੁਰ ਢਿਗ ਆਏ। ਤਾਂ ਪਿਆਰਿਓ ਉਹਨੇ ਕੀ ਕਰਨਾ ਕੀਤਾ, ਨਾਲ ਲੈ ਕਰਕੇ ਕਹਿੰਦਾ ਚੱਲ ਭਾਈ ਮੈਨੂੰ ਵੀ ਲੈ ਕਰਕੇ ਚੱਲਣਾ ਕਰ, ਮੈਂ ਵੀ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨਾ ਚਾਹੁੰਦਾ। ਉਹ ਫਿਰ ਆ ਗਿਆ ਹੈ ਲੈ ਕਰਕੇ। ਦਵੈ ਲੋਚਨ ਮਹਿ ਕਰੁਣਾ ਛਾਏ। ਦੋਵੇਂ ਲੋਚਨ ਦੇ ਵਿੱਚ ਕੀ ਤੱਕਦਾ, ਮਹਾਰਾਜ ਜੀ ਦੇ ਕੋਲ ਆਇਆ ਸ਼ੌ ਸੁਹਾਗਣ ਤੇ ਉਹ ਲੰਗੜਾ ਲੂਲਾ ਜਿਹੜਾ ਸੀ ਜਿਹਦੇ ਉੱਤੇ ਮਹਾਰਾਜ ਜੀ ਦੀ ਕਿਰਪਾ ਹੋਈ ਹੈ। ਇਹ ਦੋਵੇਂ ਜਦੋਂ ਚੱਲ ਕੇ ਆਏ ਅੱਗੋਂ ਕੀ ਤੱਕਦੇ, ਮਹਾਰਾਜ ਜੀ ਦੇ ਨੇਤਰਾਂ ਦੇ ਵਿੱਚ ਕਰੁਣਾ ਭਰੀ ਹੋਈ ਹੈ। ਦੋਹਰਾ ਸ਼ਹੁ ਸੁਹਾਗਣ ਦਰਸ ਕਰ ਜਾਣੇ ਸੋ ਦਰਵੇਸ਼। ਸ਼ਹੁ ਸੁਹਾਗਣ ਨੇ ਦਰਸ਼ਨ ਕਰਕੇ ਉਹ ਜਾਣ ਗਿਆ ਕਿ ਇਹ ਤਾਂ ਉਹੀ ਦਰਵੇਸ਼ ਗੁਰੂ ਨਾਨਕ ਦੇਵ ਜੀ ਮਹਾਰਾਜ
ਜਿਨ੍ਹਾਂ ਨੇ ਮੇਰੇ ਉੱਤੇ ਕਿਰਪਾ ਕਰਨੀ ਕੀਤੀ। ਦਰ ਪਰ ਮੇਰੇ ਜੋ ਮੁਰੇ ਸੋ ਖੁਦਾਏ ਜਗਤੇ। ਉਹ ਵੀ ਯਾਦ ਆ ਗਿਆ ਜੋ ਮੇਰੇ ਦਰ ਤੇ ਆ ਗਏ, ਮੈਂ ਅਹੰਕਾਰ ਦਾ ਮਾਰਿਆ ਉਹਨਾਂ ਨੂੰ ਨਹੀਂ ਮਿਲਣਾ ਕੀਤਾ। ਜੋ ਮੁੜ ਕਰਕੇ ਚੱਲ ਗਏ, ਇਹ ਤਾਂ ਉਹੀ ਦਰਵੇਸ਼ ਉਹੀ ਫਕੀਰ ਸਾਈ ਹਨ। ਪਈ ਮੋਰ ਪਖੰਡ ਤਜਾਵਨ ਆਏ। ਮੇਰਾ ਪਖੰਡ ਉਸ ਵੇਲੇ ਇਹਨਾਂ ਨੇ ਤਜਾਉਣ ਵਾਸਤੇ, ਨਾਸ ਕਰਨ ਵਾਸਤੇ ਪਹੁੰਚੇ ਸੀ। ਇਸ ਵਿਦ ਜਾਨ ਚਰਨ ਲਪਟਾਇਓ। ਇਸ ਤਰ੍ਹਾਂ ਜਾਣ ਕਰਕੇ ਹੁਣ ਮੇਰੇ ਉੱਤੇ ਇਹਨਾਂ ਨੇ ਕਿਰਪਾ ਕਰਨੀ ਕੀਤੀ ਤੇ ਹੁਣ ਸਤਿਗੁਰੂ ਮਹਾਰਾਜ ਮੇਰਾ ਪ੍ਰਚਾਰ ਕਰ ਰਹੇ, ਮੇਰੀ ਪੂਜਾ ਕਰਾਉਣ ਵਾਸਤੇ ਇੰਨਾ ਵੱਡਾ ਮਹਾਰਾਜ ਜੀ ਨੇ ਕੌਤਕ ਕਰਨਾ ਕੀਤਾ। ਇਹ ਜਾਣ ਕਰਕੇ ਸ਼ੌ ਸੁਹਾਗਣ ਹੁਣ ਭੱਜ ਕਰਕੇ ਆ ਗਿਆ, ਆ ਕਰਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਢਹਿ ਹੋ ਗਿਆ। ਦੀਨ ਭਇਓ ਨਾ ਉਠਾਵਤ ਸੀਸ। ਬਹੁਤ ਜ਼ਿਆਦਾ ਦੀਨ ਹੋ ਗਿਆ ਹੈ ਪਿਆਰਿਓ। ਸੀਸ ਜਿਹੜਾ ਹੈ ਚਰਨਾਂ ਤੋਂ ਤਾਂ ਨਹੀਂ ਚੱਕਦਾ। ਸੀਸ ਜਦੋਂ ਰੱਖ ਦਿੱਤਾ ਨਾ ਚਰਨਾਂ ਦੇ ਉੱਤੇ, ਆਪਣੇ ਵੱਲੋਂ ਇਹਨੇ ਸੀਸ ਨੂੰ ਤਾਂ ਨਹੀਂ ਚੱਕਿਆ ਹੈ। ਕਰਤ ਬਿਨੈ ਤੁਮ ਹੋ ਜਗਦੀਸ਼। ਬੇਨਤੀ ਕਰਦਾ ਸਤਿਗੁਰੂ ਮਹਾਰਾਜ ਆਪ ਜੀ ਜਗਦੀਸ਼ ਹੋ, ਜਗਤ ਦੇ ਮਾਲਕ ਹੋ। ਅਫਵਲ ਗੁਣ ਹੈ ਕਰੋ ਅਬ ਮੇਰਾ। ਕਹਿੰਦਾ ਸਤਿਗੁਰੂ ਮਹਾਰਾਜ ਜੋ ਮੇਰੇ ਗੁਨਾਹ ਜੋ ਸਨ, ਅਫਵਲ ਦਾ ਭਾਵ ਕੇ ਮਾਫ ਕਰਨਾ, ਪਿਛਲੇ ਔਗੁਣ ਬਖਸ਼ ਲਏ ਪ੍ਰਭ। ਕਿ ਹੈ ਸਤਿਗੁਰੂ ਮਹਾਰਾਜ ਪਿਛਲੇ ਗੁਨਾਹਾਂ ਨੂੰ ਮੇਰੇ ਬਖਸ਼ ਲੈਣਾ ਕਰੋ। ਹੋ ਸਾਹਿਬ ਮੈਂ ਰਾਵਰ ਚੇਰਾ। ਆਪ ਜੀ ਸਾਹਿਬ ਹੋ, ਆਪ ਜੀ ਮਾਲਕ ਹੋ, ਤੇ ਮੈਂ ਆਪ ਜੀ ਦਾ ਚੇਲਾ ਹਾਂ। ਆਪ ਜੀ ਦੇ ਦਰ ਕਰਦਾ ਮੈਂ ਗੁਲਾਮ ਹਾਂ। ਹਾਂ ਅਧਮੰ ਤੂੰ ਅਧਮ ਉਧਾਰਨ। ਤੇ ਮਹਾਰਾਜ ਮੈਂ ਅਧਮ ਹਾਂ ਤੇ ਆਪ ਜੀ ਅਧਮਾਂ ਦਾ ਉਧਾਰ ਕਰਨ ਵਾਲੇ ਹੋ। ਮੈਂ ਨੀਵਾਂ ਹਾਂ ਤੇ ਆਪ ਜੀ ਨੀਵਿਆਂ ਨੂੰ ਤਾਰਨ ਵਾਲੇ ਹੋ। ਮੈਂ ਪਰਮ ਜੀ ਦਾ ਪ੍ਰਕਾਸ਼ ਸੰਸਾਰ ਦੇ ਵਿੱਚ ਹੋਇਆ ਹੈ। ਆਪ ਛਪਾਏ ਮੁਝੇ ਵਡਿਆਈ। ਆਪ ਨੇ ਆਪਣੀ ਵਡਿਆਈ ਨੂੰ ਛਪਾ ਦਿੱਤਾ ਤੇ ਮੈਨੂੰ ਵਡਿਆਈ ਦੇਣ ਵਾਸਤੇ ਆਪ ਤਾਂ ਛਪ ਗਏ। ਅਸਲ ਦੇ ਵਿੱਚ ਉਹ ਲੰਗੜਾ ਲੂਲਾ, ਉਹਨੂੰ ਤਾਂ ਮਹਾਰਾਜ ਮੈਂ ਜਾਣਦਾ ਵੀ ਨਹੀਂ। ਉਹਨੂੰ ਨਵਾਂ ਨਰੋਗਾ ਆਪ ਕਰਨਾ। ਕਿਸੇ ਮੁਹਿੰਮ ਦੇ ਉੱਤੇ ਜਾ ਰਿਹਾ ਸੀ ਤਾਂ ਰਾਸਤੇ ਦੇ ਵਿੱਚ ਉਹਦੀ ਮੁਲਾਕਾਤ ਜਿਹੜੇ ਹੋਏ ਪਾਰੋ ਜੁਲਕਾ ਜੀ ਦੇ ਨਾਲ ਹੋਈ। ਪਾਰੋ ਜੁਲਕਾ ਜੀ ਦੇ ਨਾਲ ਲੱਗ ਕਰਕੇ ਜਦੋਂ ਸਤਿਗੁਰੂ ਮਹਾਰਾਜ ਜੀ ਦੀ ਸ਼ਰਨ ਵਿੱਚ ਆਇਆ ਤੇ ਮਹਾਰਾਜ ਜੀ ਨੂੰ ਆਉਂਦੇ ਸਾਥ ਹੀ ਮਹਾਰਾਜ ਜੀ ਨੇ ਪੁੱਛਿਆ ਭਈ ਨਾਮ ਕੀ ਹੈ, ਤੇ ਉਹਨੇ ਨਿਮਰਤਾ ਵਿੱਚ ਆ ਕਰਕੇ ਕਿਹਾ ਸਤਿਗੁਰੂ ਮਹਾਰਾਜ ਮੇਰਾ ਨਾਮ ਹੈ ਅੱਲਾ ਯਾਰ ਖਾਨ। ਮਹਾਰਾਜ ਜੀ ਨੇ ਕਿਹਾ ਨਾਮ ਤਾਂ ਭਾਈ ਬਹੁਤ ਸੋਹਣਾ ਹੈ ਤੇਰਾ, ਅੱਲਾ ਦੇ ਨਾਲ, ਖੁਦਾ ਦੇ ਨਾਲ ਜਿਨ੍ਹਾਂ ਦੀ ਯਾਰੀ ਹੁੰਦੀ ਹੈ, ਜੋ ਪ੍ਰਮਾਤਮਾ ਦੇ ਮਿੱਤਰ ਯਾਰ ਬਣ ਜਾਂਦੇ, ਇਹਦਾ ਤਾਂ ਇਹ ਮਤਲਬ ਹੈ। ਤੇ ਅਗੋਂ ਮਹਾਰਾਜ ਜੀ ਨੇ ਕਿਹਾ ਕਿ ਅੱਲਾ ਦੇ ਨਾਲ ਯਾਰੀ ਪਾਈ ਕਿ ਨਹੀਂ ਪਾਈ। ਉਹ ਵੀ ਸੱਚਾ ਸੀ। ਕਹਿਣ ਲੱਗਾ ਮਹਾਰਾਜ ਮਾਤਾ ਪਿਤਾ ਨੇ ਤਾਂ ਨਾਂ ਰੱਖ ਦਿੱਤਾ ਅੱਲਾ ਯਾਰ ਖਾਨ, ਲੇਕਿਨ ਕੋਈ ਅੱਲਾ ਦੇ ਨਾਲ ਮੇਰੀ ਜਾਣ ਪਹਿਚਾਣ ਹੀ ਨਹੀਂ ਹੈ। ਕੋਈ ਨਹੀਂ ਜਾਣਦਾ ਮਹਾਰਾਜ ਕੀ ਖੁਦਾ ਕੀ ਅੱਲਾ ਹੈ। ਤੇ ਮਹਾਰਾਜ ਨੇ ਕਿਹਾ ਯਾਰੀ ਕਰਨੀ ਹੈ ਤੈਨੇ? ਕਹਿੰਦਾ ਹਾਂ ਮਹਾਰਾਜ ਕਿਰਪਾ ਕਰੋ, ਮੈਂ ਆਪਣੇ ਨਾਮ ਨੂੰ ਸਫਲਾ ਬਣਾਉਣਾ ਚਾਹੁੰਦਾ ਹਾਂ, ਅੱਲਾ ਦੇ ਨਾਲ ਮੈਂ ਯਾਰੀ ਕਰਨਾ ਚਾਹੁੰਦਾ ਹਾਂ। ਤੇ ਫਿਰ ਮਹਾਰਾਜ ਜੀ ਦੇ ਚਰਨਾਂ ਵਿੱਚ ਲੱਗ ਗਿਆ ਤੇ ਸੱਚ ਮਹਾਰਾਜ ਜੀ ਨੇ ਉਹਨੂੰ ਫਿਰ ਅੱਲਾ ਯਾਰ ਬਣਾ ਦਿੱਤਾ, ਅੱਲਾ ਦੇ ਨਾਲ ਯਾਰੀ ਪਾ ਦਿੱਤੀ ਹੈ। ਤੇ ਫਿਰ 22 ਮੰਜੀਆਂ ਦੇ ਵਿੱਚੋਂ ਅੱਲਾ ਯਾਰ ਜੋ ਹੈ ਮੁਸਲਮਾਨ ਜਾਤੀ ਕਰਕੇ ਪਿਆਰਿਓ ਨੋਟ ਕਰੋ, ਉਹ ਮੁਸਲਮਾਨ ਸੀ ਲੇਕਿਨ ਮਹਾਰਾਜ ਜੀ ਦਾ ਸ਼ਰਧਾਲੂ ਸਿੱਖ ਬਣ ਗਿਆ। ਫਿਰ ਬਾਅਦ ਦੇ ਵਿੱਚ ਮੰਜੀ ਦੀ ਸਥਾਪਨਾ ਕੀਤੀ, ਮੰਜੀਦਾਰ ਉਹਨੂੰ ਥਾਪਣਾ ਕੀਤਾ। ਫਿਰ ਉਹਨੇ ਆਪਣੇ ਇਲਾਕੇ ਦੇ ਵਿੱਚ ਗੁਰਸਿੱਖੀ ਦਾ ਪ੍ਰਚਾਰ ਕੀਤਾ ਹੈ ਤੇ ਮਹਾਰਾਜ ਜੀ ਨੇ ਉਹਦਾ ਨਾਮ ਸਫਲਾ ਕੀਤਾ ਹੈ। ਇੱਥੇ ਸ਼ੌ ਸੁਹਾਗਣ ਮਹਾਰਾਜ ਨੇ ਕਿਹਾ ਸ਼ੌਹ ਤਾਂ ਨਾਮ ਹੈ ਤੇਰਾ, ਲੇਕਿਨ ਅਸਲੀ ਪਰਮਾਤਮਾ ਜੋ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ। ਦੋਹਰਾ ਸਭ ਕੋ ਦਰਸ਼ਨ ਦੀਜੀਏ ਸਭ ਕੋ ਦਰਸ਼ਨ ਲੈ। ਤੇ ਬਚਨ ਕਰਨਾ ਕੀਤਾ ਸਤਿਗੁਰੂ ਮਹਾਰਾਜ ਜੀ ਕਹਿੰਦੇ ਹਨ ਸਭ ਕੋ ਦਰਸ਼ਨ ਦੀਜੀਏ ਸਭ ਕੋ ਦਰਸ਼ਨ ਲੈ ਹੋ, ਕਿ ਹੁਣ ਆਕੜ ਕਰਕੇ ਨਾ ਬੈਠਣਾ ਕਰ, ਸਾਰਿਆਂ ਨੂੰ ਆਪਣੇ ਦਰਸ਼ਨ ਦੇਣਾ ਕਰ, ਸਾਰਿਆਂ ਦੇ ਵਿੱਚ ਮਿਲ ਜੁਲ ਤੇ ਸਾਰਿਆਂ ਦੇ ਵਿੱਚ ਦਰਸ਼ਨ, ਸਾਰਿਆਂ ਨੂੰ ਤੂੰ ਦਰਸ਼ਨ ਵੀ ਦੇ ਤੇ ਉਹਨਾਂ ਦੇ ਦਰਸ਼ਨ ਵੀ ਕਰਨਾ ਕਰ। ਜੇ ਪਿਆਰਿਓ ਇਸ ਪੰਕਤੀ ਦੀ ਵਿਚਾਰ ਆਪਾਂ ਬਾਹਰੀ ਤੌਰ ਤੇ ਕਰਾਂਗੇ ਤੇ ਇਹਦੇ ਇਹੀ ਅਰਥ ਬਣਦੇ ਹਨ ਕਿ ਭਾਈ ਲੋਕਾਂ ਦੇ ਵਿੱਚ ਜਾਂ ਕਈ ਵਾਰੀ ਆਪਾਂ ਕਹਿੰਦੇ ਨਾ
ਯਾਰ ਫਲਾਣਾ ਬੰਦਾ ਤਾਂ ਮਿਲਦਾ ਹੀ ਨਹੀਂ ਆ, ਕਿੱਥੇ ਰਹਿੰਦਾ। ਜਦੋਂ ਮਿਲ ਜਾਵੇ ਤੇ ਆਪਾਂ ਕਹਿੰਦੇ ਨਾ ਕਿਰਪਾ ਕਰਕੇ ਭਾਈ ਸਾਨੂੰ ਵੀ ਦਰਸ਼ਨ ਦੇ ਦਿਆ ਕਰੋ ਕਦੇ ਕਦਾਈ, ਤੇ ਇਹਦਾ ਮਤਲਬ ਕਿ ਸਾਨੂੰ ਵੀ ਮਿਲ ਲਿਆ ਕਰੋ, ਸਾਨੂੰ ਵੀ ਦਰਸ਼ਨ ਦਿਆ ਕਰੋ। ਇਹ ਮਹਾਰਾਜ ਜੀ ਦਾ ਮਤਲਬ ਨਹੀਂ ਹੈ। ਮਹਾਰਾਜ ਜੀ ਨੇ ਜੋ ਪਹਿਲੀ ਪੰਕਤੀ ਵਿੱਚ ਕਿਹਾ ਨਾ, ਜੋ ਸ਼ੌ ਪਰਮਾਤਮਾ ਸਾਰਿਆਂ ਦੇ ਵਿੱਚ ਰਮਿਆ ਹੋਇਆ, ਤੂੰ ਸਭ ਤੋਂ ਪਹਿਲੇ ਆਪਣੇ ਅੰਦਰ ਵੇਖਣਾ ਕਰ ਕਿ ਉਹ ਰੱਬ ਤੇਰੇ ਅੰਦਰ ਹੈ, ਉਹ ਮਾਲਕ ਤੇਰੇ ਅੰਦਰ ਹੈ। ਫਿਰ ਸਾਰਿਆਂ ਦੇ ਵਿੱਚ ਉਸ ਰੱਬ ਦੇ ਮਾਲਕ ਦੇ ਤੂੰ ਦਰਸ਼ਨ ਕਰਨਾ ਕਰ। ਸਦਾ ਬੰਦਗੀ ਕੀਜੀਏ ਮਨ ਖੁਦਾਏ ਮੈਂ ਦੇ। ਆਪਣਾ ਮਨ ਜਿਹੜਾ ਖੁਦਾ ਦੇ ਵਿੱਚ ਪ੍ਰਮਾਤਮਾ ਦੇ ਵਿੱਚ ਦੇ ਕਰਕੇ ਸਦਾ ਵਾਸਤੇ ਉਸ ਰੱਬ ਦੀ ਵਾਹਿਗੁਰੂ ਦੀ ਬੰਦਗੀ ਕਰਨੀ ਚਾਹੀਦੀ। ਚੌਪਈ ਮਾਨੇ ਹਿਤ ਸੋ ਗੁਰ ਕੇ ਬਹਿਨਾ। ਸ਼ੌ ਸੁਹਾਗਣ ਨੇ ਸਤਿਗੁਰੂ ਮਹਾਰਾਜ ਜੀ ਦੇ ਬਚਨ ਹਿਤ ਕਰਕੇ ਪ੍ਰੇਮ ਧਾਰਨ ਕਰਕੇ ਮੰਨਣਾ ਕੀਤਾ। ਬਖਸ਼ਾਏ ਗਇਓ ਨਿਜ ਐਨਾ। ਉਹ ਬਖਸ਼ਾ ਕਰਕੇ ਸਤਿਗੁਰੂ ਮਹਾਰਾਜ ਜੀ ਤੋਂ ਆਪਣੇ ਗੁਨਾਹਾਂ ਨੂੰ ਬਖਸ਼ਾ ਕਰਕੇ ਆਪਣੇ ਡੇਰੇ ਚੱਲ ਗਿਆ। ਭਇਓ ਮੁਰੀਦ ਗੁਰੂ ਕਾ ਸੋਈ। ਉਹ ਜੋ ਸੀ ਪਹਿਲੇ ਤਾਂ ਲੋਕਾਂ ਨੂੰ ਆਪਣਾ ਮੁਰੀਦ ਬਣਾਉਂਦਾ ਸੀ, ਚੇਲਾ ਬਣਾਉਂਦਾ, ਲੇਕਿਨ ਹੁਣ ਸਤਿਗੁਰੂ ਮਹਾਰਾਜ ਮਿਲ ਗਏ ਤੇ ਮਹਾਰਾਜ ਜੀ ਦਾ ਇਹ ਅੱਗੋਂ ਮੁਰੀਦ ਬਣ ਗਿਆ, ਚੇਲਾ ਬਣ ਗਿਆ। ਨਗਰ ਬਿਖੈ ਮਨਤਾ ਪੁਨ ਹੋਈ। ਮਹਾਰਾਜ ਜੀ ਦੀ ਕਿਰਪਾ ਹੋਈ ਹੈ ਜੋ ਨਗਰ ਦੇ ਵਿੱਚ ਇਸ ਤਰ੍ਹਾਂ ਇਹਨੇ ਫਿਰ ਜਪ ਤਪ ਕਰਨਾ ਕੀਤਾ। ਮਹਾਰਾਜ ਜੀ ਦੀ ਇਹੋ ਜੀ ਕਿਰਪਾ ਇਹਦੇ ਉੱਤੇ ਹੋ ਗਈ, ਪਹਿਲੇ ਤੋਂ ਦੂਣ ਸਵਾਈ ਇਹਦੀ ਮਨਤਾ ਆਮ ਲੋਕਾਂ ਦੇ ਵਿੱਚ ਹੋ ਰਹੀ ਹੈ। ਲੂਲਾ ਕਹਿਤ ਭਇਓ ਸਭ ਥਾਏ। ਲੂਲਾ ਜਿਹੜਾ ਸੀ ਉਹ ਸਾਰਿਆਂ ਨੂੰ ਜਾ ਜਾ ਕਰਕੇ ਕਹਿੰਦਾ। ਸਰਬ ਲੋਕ ਤਬ ਨਿਸ਼ਚਾ ਕੀ। ਸਾਰੇ ਲੋਕਾਂ ਨੇ ਪਿਆਰਿਓ ਤਦੋਂ ਨਿਸ਼ਚਾ ਕਰਨਾ ਕੀਤਾ। ਸੋ ਆਵਤ ਇਸ ਢਿਗ ਮਨ ਚੀਨੋ। ਸਾਰੇ ਚੀਨਦੇ ਹਨ, ਜਾਣਦੇ ਹਨ ਕਿ ਭਾਈ ਕਿ ਹੁਣ ਤਾਂ ਸੱਚ ਉਹ ਸ਼ੌ ਜਿਹੜਾ ਪ੍ਰਮਾਤਮਾ ਇਹਦੇ ਕੋਲ ਉਹ ਜ਼ਰੂਰ ਆਉਂਦਾ ਹੈ। ਉਹਨ ਝੰਡੇ ਰਾਖੇ ਨਿਜ ਥਾਨ। ਉਹਨੇ ਆਪਣੇ ਫਿਰ ਡੇਰੇ ਦੇ ਵਿੱਚ ਝੰਡੇ ਲਾਉਣੇ ਕੀਤੇ। ਨੌਬਤ ਬਾਜਨ ਲਗੇ ਨਿਸ਼ਾਨ। ਉਹਦੇ ਫਿਰ ਦਵਾਰ ਦੇ ਉੱਤੇ ਜੋ ਡੇਰਾ ਸਾਰਾ ਉਜੜ ਗਿਆ ਸੀ। ਫਿਰ ਲੋਕਾਂ ਨੇ ਜਦੋਂ ਮਹਾਰਾਜ ਜੀ ਦੀ ਕਿਰਪਾ, ਅਸਲ ਦੇ ਵਿੱਚ ਪਿਆਰਿਓ ਇੱਕ ਕਿਰਪਾ ਦੀ ਗੱਲ ਹੁੰਦੀ ਹੈ, ਜਦੋਂ ਪ੍ਰਮਾਤਮਾ ਦੀ ਵਾਹਿਗੁਰੂ ਦੀ ਕਿਰਪਾ ਹੋ ਜਾਵੇ ਤੇ ਫਿਰ ਖਾਲੀ ਭਰ ਜਾਂਦੇ ਹਨ। ਜੋ ਇਹਦਾ ਡੇਰਾ ਉਜਾੜ ਹੋ ਗਿਆ ਸੀ, ਲੋਕਾਂ ਨੇ ਸਭ ਤਹਿਸ ਨਹਿਸ ਕਰ ਦਿੱਤਾ। ਫਿਰ ਸੇ ਮੁਹਿੰਮ ਦੇ ਉੱਤੇ ਜਾ ਰਿਹਾ ਸੀ ਤਾਂ ਰਾਸਤੇ ਦੇ ਵਿੱਚ ਉਹਦੀ ਮੁਲਾਕਾਤ ਜਿਹੜੇ ਹੋਏ ਪਾਰੋ ਜੁਲਕਾ ਜੀ ਦੇ ਨਾਲ ਹੋਈ। ਪਾਰੋ ਜੁਲਕਾ ਜੀ ਦੇ ਨਾਲ ਲੱਗ ਕਰਕੇ ਜਦੋਂ ਸਤਿਗੁਰੂ ਮਹਾਰਾਜ ਜੀ ਦੀ ਸ਼ਰਨ ਵਿੱਚ ਆਇਆ ਤੇ ਮਹਾਰਾਜ ਜੀ ਨੂੰ ਆਉਂਦੇ ਸਾਥ ਹੀ ਮਹਾਰਾਜ ਜੀ ਨੇ ਪੁੱਛਿਆ ਭਈ ਨਾਮ ਕੀ ਹੈ, ਤੇ ਉਹਨੇ ਨਿਮਰਤਾ ਵਿੱਚ ਆ ਕਰਕੇ ਕਿਹਾ ਸਤਿਗੁਰੂ ਮਹਾਰਾਜ ਮੇਰਾ ਨਾਮ ਹੈ ਅੱਲਾ ਯਾਰ ਖਾਨ। ਮਹਾਰਾਜ ਜੀ ਨੇ ਕਿਹਾ ਨਾਮ ਤਾਂ ਭਾਈ ਬਹੁਤ ਸੋਹਣਾ ਹੈ ਤੇਰਾ, ਅੱਲਾ ਦੇ ਨਾਲ, ਖੁਦਾ ਦੇ ਨਾਲ ਜਿਨ੍ਹਾਂ ਦੀ ਯਾਰੀ ਹੁੰਦੀ ਹੈ, ਜੋ ਪ੍ਰਮਾਤਮਾ ਦੇ ਮਿੱਤਰ ਯਾਰ ਬਣ ਜਾਂਦੇ, ਇਹਦਾ ਤਾਂ ਇਹ ਮਤਲਬ ਹੈ। ਤੇ ਅਗੋਂ ਮਹਾਰਾਜ ਜੀ ਨੇ ਕਿਹਾ ਕਿ ਅੱਲਾ ਦੇ ਨਾਲ ਯਾਰੀ ਪਾਈ ਕਿ ਨਹੀਂ ਪਾਈ। ਉਹ ਵੀ ਸੱਚਾ ਸੀ, ਕਹਿਣ ਲੱਗਾ ਮਹਾਰਾਜ ਮਾਤਾ ਪਿਤਾ ਨੇ ਤਾਂ ਨਾਂ ਰੱਖ ਦਿੱਤਾ ਅੱਲਾ ਯਾਰ ਖਾਨ, ਲੇਕਿਨ ਕੋਈ ਅੱਲਾ ਦੇ ਨਾਲ ਮੇਰੀ ਜਾਣ ਪਹਿਚਾਣ ਹੀ ਨਹੀਂ ਹੈ, ਕੋਈ ਨਹੀਂ ਜਾਣਦਾ ਮਹਾਰਾਜ ਕੀ ਖੁਦਾ ਕੀ ਅੱਲਾ ਹੈ। ਤੇ ਮਹਾਰਾਜ ਨੇ ਕਿਹਾ ਯਾਰੀ ਕਰਨੀ ਆ ਤੈਨੇ? ਕਹਿੰਦਾ ਹਾਂ ਮਹਾਰਾਜ ਕਿਰਪਾ ਕਰੋ, ਮੈਂ ਆਪਣੇ ਨਾਮ ਨੂੰ ਸਫਲਾ ਬਣਾਉਣਾ ਚਾਹੁੰਦਾ ਹਾਂ, ਅੱਲਾ ਦੇ ਨਾਲ ਮੈਂ ਯਾਰੀ ਕਰਨਾ ਚਾਹੁੰਦਾ ਹਾਂ। ਤੇ ਫਿਰ ਮਹਾਰਾਜ ਜੀ ਦੇ ਚਰਨਾਂ ਵਿੱਚ ਲੱਗ ਗਿਆ ਤੇ ਸੱਚ ਮਹਾਰਾਜ ਜੀ ਨੇ ਉਹਨੂੰ ਫਿਰ ਅੱਲਾ ਯਾਰ ਬਣਾ ਦਿੱਤਾ, ਅੱਲਾ ਦੇ ਨਾਲ ਯਾਰੀ ਪਾ ਦਿੱਤੀ ਹੈ। ਤੇ ਫਿਰ 22 ਮੰਜੀਆਂ ਦੇ ਵਿੱਚੋਂ ਅੱਲਾ ਯਾਰ ਜੋ ਹੈ ਮੁਸਲਮਾਨ ਜਾਤੀ ਕਰਕੇ ਪਿਆਰਿਓ ਨੋਟ ਕਰੋ, ਉਹ ਮੁਸਲਮਾਨ ਸੀ, ਲੇਕਿਨ ਮਹਾਰਾਜ ਜੀ ਦਾ ਸ਼ਰਧਾਲੂ ਸਿੱਖ ਬਣ ਗਿਆ। ਫਿਰ ਬਾਅਦ ਦੇ ਵਿੱਚ ਮੰਜੀ ਦੀ ਸਥਾਪਨਾ ਕੀਤੀ, ਮੰਜੀਦਾਰ ਉਹਨੂੰ ਥਾਪਣਾ ਕੀਤਾ। ਫਿਰ ਉਹਨੇ ਆਪਣੇ ਇਲਾਕੇ ਦੇ ਵਿੱਚ ਗੁਰਸਿੱਖੀ ਦਾ ਪ੍ਰਚਾਰ ਕੀਤਾ ਹੈ ਤੇ ਮਹਾਰਾਜ ਜੀ ਨੇ ਉਹਦਾ ਨਾਮ ਸਫਲਾ ਕੀਤਾ ਹੈ। ਇੱਥੇ ਸ਼ੌ ਸੁਹਾਗਣ ਮਹਾਰਾਜ ਨੇ ਕਿਹਾ ਸ਼ੌਹ ਤਾਂ ਨਾਮ ਹੈ ਤੇਰਾ, ਲੇਕਿਨ ਅਸਲੀ ਪਰਮਾਤਮਾ ਜੋ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ। ਦੋਹਰਾ ਸਭ ਕੋ ਦਰਸ਼ਨ ਦੀਜੀਏ ਸਭ ਕੋ ਦਰਸ਼ਨ ਲੇਹੁ। ਤੇ ਬਚਨ ਕਰਨਾ ਕੀਤਾ ਸਤਿਗੁਰੂ ਮਹਾਰਾਜ ਜੀ ਕਹਿੰਦੇ ਹਨ ਸਭ ਕੋ ਦਰਸ਼ਨ ਦੀਜੀਏ ਸਭ ਕੋ ਦਰਸ਼ਨ ਲੇਹੁ, ਕਿ ਹੁਣ ਆਕੜ ਕਰਕੇ ਨਾ ਬੈਠਣਾ ਕਰ, ਸਾਰਿਆਂ ਨੂੰ ਆਪਣੇ ਦਰਸ਼ਨ ਦੇਣਾ ਕਰ, ਸਾਰਿਆਂ ਦੇ ਵਿੱਚ ਮਿਲ ਜੁਲ
ਤੇ ਸਾਰਿਆਂ ਦੇ ਵਿੱਚ ਦਰਸ਼ਨ, ਸਾਰਿਆਂ ਨੂੰ ਤੂੰ ਦਰਸ਼ਨ ਵੀ ਦੇ ਤੇ ਉਹਨਾਂ ਦੇ ਦਰਸ਼ਨ ਵੀ ਕਰਨਾ ਕਰ। ਜੇ ਪਿਆਰਿਓ ਇਸ ਪੰਕਤੀ ਦੀ ਵਿਚਾਰ ਆਪਾਂ ਬਾਹਰੀ ਤੌਰ ਤੇ ਕਰਾਂਗੇ ਤੇ ਇਹਦੇ ਇਹੀ ਅਰਥ ਬਣਦੇ ਹਨ ਕਿ ਭਾਈ ਲੋਕਾਂ ਦੇ ਵਿੱਚ ਜਾ, ਕਈ ਵਾਰੀ ਆਪਾਂ ਕਹਿੰਦੇ ਨਾ ਯਾਰ ਫਲਾਣਾ ਬੰਦਾ ਤਾਂ ਮਿਲਦਾ ਹੀ ਨਹੀਂ ਹੈ, ਕਿੱਥੇ ਰਹਿੰਦਾ। ਜਦੋਂ ਮਿਲ ਜਾਵੇ ਤੇ ਆਪਾਂ ਕਹਿੰਦੇ ਨਾ ਕਿਰਪਾ ਕਰਕੇ ਭਾਈ ਸਾਨੂੰ ਵੀ ਦਰਸ਼ਨ ਦੇ ਦਿਆ ਕਰੋ ਕਦੇ ਕਦਾਈ। ਤੇ ਇਹਦਾ ਮਤਲਬ ਕਿ ਸਾਨੂੰ ਵੀ ਮਿਲ ਲਿਆ ਕਰੋ, ਸਾਨੂੰ ਵੀ ਦਰਸ਼ਨ ਦਿਆ ਕਰੋ। ਇਹ ਮਹਾਰਾਜ ਜੀ ਦਾ ਮਤਲਬ ਨਹੀਂ ਹੈ। ਮਹਾਰਾਜ ਜੀ ਨੇ ਜੋ ਪਹਿਲੀ ਪੰਕਤੀ ਵਿੱਚ ਕਿਹਾ ਨਾ, ਜੋ ਸ਼ੌ ਪਰਮਾਤਮਾ ਸਾਰਿਆਂ ਦੇ ਵਿੱਚ ਰਮਿਆ ਹੋਇਆ, ਤੂੰ ਸਭ ਤੋਂ ਪਹਿਲੇ ਆਪਣੇ ਅੰਦਰ ਵੇਖਣਾ ਕਰ ਕਿ ਉਹ ਰੱਬ ਤੇਰੇ ਅੰਦਰ ਹੈ, ਉਹ ਮਾਲਕ ਤੇਰੇ ਅੰਦਰ ਹੈ। ਫਿਰ ਸਾਰਿਆਂ ਦੇ ਵਿੱਚ ਉਸ ਰੱਬ ਦੇ ਮਾਲਕ ਦੇ ਤੂੰ ਦਰਸ਼ਨ ਕਰਨਾ ਕਰ। ਸਦਾ ਬੰਦਗੀ ਕੀਜੀਏ ਮਨ ਖੁਦਾਏ ਮੈਂ ਦੇ। ਆਪਣਾ ਮਨ ਜਿਹੜਾ ਖੁਦਾ ਦੇ ਵਿੱਚ, ਪ੍ਰਮਾਤਮਾ ਦੇ ਵਿੱਚ ਦੇ ਕਰਕੇ ਸਦਾ ਵਾਸਤੇ ਉਸ ਰੱਬ ਦੀ, ਵਾਹਿਗੁਰੂ ਦੀ ਬੰਦਗੀ ਕਰਨੀ ਚਾਹੀਦੀ। ਚੌਪਈ ਮਾਨੇ ਹਿਤ ਸੋ ਗੁਰ ਕੇ ਬਹਿਨਾ। ਸ਼ੌ ਸੁਹਾਗਣ ਨੇ ਸਤਿਗੁਰੂ ਮਹਾਰਾਜ ਜੀ ਦੇ ਬਚਨ ਹਿਤ ਕਰਕੇ, ਪ੍ਰੇਮ ਧਾਰਨ ਕਰਕੇ ਮੰਨਣਾ ਕੀਤਾ। ਬਖਸ਼ਾਏ ਗਇਓ ਨਿਜ ਐਨਾ। ਉਹ ਬਖਸ਼ਾ ਕਰਕੇ ਸਤਿਗੁਰੂ ਮਹਾਰਾਜ ਜੀ ਤੋਂ ਆਪਣੇ ਗੁਨਾਹਾਂ ਨੂੰ ਬਖਸ਼ਾ ਕਰਕੇ ਆਪਣੇ ਡੇਰੇ ਚੱਲ ਗਿਆ। ਭਇਓ ਮੁਰੀਦ ਗੁਰੂ ਕਾ ਸੋਈ। ਉਹ ਜੋ ਸੀ ਪਹਿਲੇ ਤਾਂ ਲੋਕਾਂ ਨੂੰ ਆਪਣਾ ਮੁਰੀਦ ਬਣਾਉਂਦਾ ਸੀ, ਚੇਲਾ ਬਣਾਉਂਦਾ, ਲੇਕਿਨ ਹੁਣ ਸਤਿਗੁਰੂ ਮਹਾਰਾਜ ਮਿਲ ਗਏ ਤੇ ਮਹਾਰਾਜ ਜੀ ਦਾ ਇਹ ਅੱਗੋਂ ਮੁਰੀਦ ਬਣ ਗਿਆ, ਚੇਲਾ ਬਣ ਗਿਆ। ਨਗਰ ਬਿਖੈ ਮਨਤਾ ਪੁਨ ਹੋਈ। ਮਹਾਰਾਜ ਜੀ ਦੀ ਕਿਰਪਾ ਹੋਈ ਹੈ ਜੋ ਨਗਰ ਦੇ ਵਿੱਚ ਇਸ ਤਰ੍ਹਾਂ ਇਹਨੇ ਫਿਰ ਜਪ ਤਪ ਕਰਨਾ ਕੀਤਾ। ਮਹਾਰਾਜ ਜੀ ਦੀ ਇਹੋ ਜੀ ਕਿਰਪਾ ਇਹਦੇ ਉੱਤੇ ਹੋ ਗਈ, ਪਹਿਲੇ ਤੋਂ ਦੂਣ ਸਵਾਈ ਇਹਦੀ ਮਨਤਾ ਆਮ ਲੋਕਾਂ ਦੇ ਵਿੱਚ ਹੋ ਰਹੀ ਹੈ। ਲੂਲਾ ਕਹਿਤ ਭਇਓ ਸਭ ਥਾਏ। ਲੂਲਾ ਜਿਹੜਾ ਸੀ ਉਹ ਸਾਰਿਆਂ ਨੂੰ ਜਾ ਜਾ ਕਰਕੇ ਕਹਿੰਦਾ। ਸਰਬ ਲੋਕ ਤਬ ਨਿਸ਼ਚਾ ਕੀ। ਸਾਰੇ ਲੋਕਾਂ ਨੇ ਪਿਆਰਿਓ ਤਦੋਂ ਨਿਸ਼ਚਾ ਕਰਨਾ ਕੀਤਾ। ਸੋ ਆਵਤ ਇਸ ਢਿਗ ਮਨ ਚੀਨੋ। ਸਾਰੇ ਚੀਨਦੇ ਹਨ, ਜਾਣਦੇ ਹਨ ਕਿ ਭਾਈ ਕਿ ਹੁਣ ਤਾਂ ਸੱਚ ਉਹ ਸ਼ੌ ਜਿਹੜਾ ਪ੍ਰਮਾਤਮਾ ਇਹਦੇ ਕੋਲ ਉਹ ਜ਼ਰੂਰ ਆਉਂਦਾ ਹੈ। ਉਹਨ ਝੰਡੇ ਰਾਖੇ ਨਿਜ ਥਾਨ। ਉਹਨੇ ਆਪਣੇ ਫਿਰ ਡੇਰੇ ਦੇ ਵਿੱਚ ਝੰਡੇ ਲਾਉਣੇ ਕੀਤੇ। ਨੌਬਤ ਬਾਜਨ ਲਗੇ ਨਿਸ਼ਾਨਾ। ਉਹਦੇ ਫਿਰ ਦਵਾਰ ਦੇ ਉੱਤੇ ਜੋ ਡੇਰਾ ਸਾਰਾ ਉਜੜ ਗਿਆ ਸੀ। ਫਿਰ ਲੋਕਾਂ ਨੇ ਜਦੋਂ ਮਹਾਰਾਜ ਜੀ ਦੀ ਕਿਰਪਾ, ਅਸਲ ਦੇ ਵਿੱਚ ਪਿਆਰਿਓ ਇੱਕ ਕਿਰਪਾ ਦੀ ਗੱਲ ਹੁੰਦੀ ਹੈ, ਜਦੋਂ ਪ੍ਰਮਾਤਮਾ ਦੀ, ਵਾਹਿਗੁਰੂ ਦੀ ਕਿਰਪਾ ਹੋ ਜਾਵੇ ਤੇ ਫਿਰ ਖਾਲੀ ਭਰ ਜਾਂਦੇ ਹਨ। ਜੋ ਇਹਦਾ ਡੇਰਾ ਉਜਾੜ ਹੋ ਗਿਆ ਸੀ, ਲੋਕਾਂ ਨੇ ਸਭ ਤਹਿਸ ਨਹਿਸ ਕਰ ਦਿੱਤਾ। ਫਿਰ ਤੋਂ ਪਿਆਰਿਓ ਇਹਦਾ ਡੇਰਾ ਬਣ ਗਿਆ। ਇਹਦੇ ਡੇਰੇ ਦੇ ਅੱਗੇ ਨਿਸ਼ਾਨ ਲੱਗ ਗਏ, ਝੰਡੇ ਲੱਗ ਗਏ ਹਨ, ਨੌਬਤਾਂ ਨਗਾਰੇ ਆਦਿਕ ਵੱਜਦੇ। ਲਗਨੇ ਲਗਿਓ ਬੜੋ ਤਹ ਮੇਲਾ। ਜਿਸ ਤਰ੍ਹਾਂ ਪਹਿਲਾਂ ਮੇਲਾ ਲੱਗਦਾ ਸੀ ਨਾ, ਹੁਣ ਵੀ ਉਹਦੇ ਡੇਰੇ ਵਿੱਚ ਮੇਲਾ ਲੱਗ ਰਿਹਾ ਹੈ। ਚੌਂ ਦਿਸ਼ ਤੇ ਤਬ ਹੋਏ ਸਕੇਲਾ। ਚੌਂ ਦਿਸ਼ਾਂ ਦੇ ਵਿੱਚੋਂ ਲੋਕੀ ਉੱਥੇ ਆ ਕਰਕੇ ਇਕੱਤਰ ਹੁੰਦੇ ਹਨ। ਹੁਣ ਲੋਕੀ ਮਿਲ ਕਰਕੇ ਕਹਿੰਦੇ ਕਿ ਲਓ ਭਾਈ ਜੋ ਇਹਦੀ ਨਿੰਦਿਆ ਕਰਦੇ ਸੀ ਉਹ ਗੱਲ ਸਾਨੂੰ ਠੀਕ ਹੈ ਤੇ ਵਿਗੜਿਆ ਤੋੜਿਆ ਸੀ, ਲੇਕਿਨ ਹੁਣ ਇਹ ਸੁਧਰ ਗਿਆ, ਇਹ ਰੱਬ ਦੇ ਰਾਹ ਦੇ ਉੱਤੇ ਪੈ ਗਿਆ। ਪੂਰਨ ਹੈ ਇਹ ਸੰਤ ਸ਼ੁਭ ਸ਼ਹੁ ਆਵੇ ਜਿਸ ਦਵਾਰ। ਇਹ ਤਾਂ ਸੱਚ ਹੁਣ ਤਾਂ ਪੂਰਨ ਸੰਤ ਹੈ। ਸੱਚ ਹੁਣ ਸ਼ੌ ਜੋ ਹੈ ਪਰਮਾਤਮਾ ਇਹਦੇ ਦਵਾਰ, ਇਹਦੇ ਹਿਰਦੇ ਵਿੱਚ ਆ ਕਰਕੇ ਵਸ ਗਿਆ। ਚੌਪਈ ਜਿਹ ਕੇ ਬਰ ਲੂਲੇ ਪਗ ਪਾਏ। ਜਿਹਦੇ ਬਰ ਕਰਕੇ ਵੱਡੇ ਲੰਗੜੇ ਲੂਲੇ ਜੋ ਹਨ ਤੇ ਉਹਨਾਂ ਨੂੰ ਕਿਰਪਾ ਹੋ ਗਈ ਹੈ, ਉਹਨਾਂ ਦੇ ਹੱਥ ਪੈਰ ਸਿੱਧੇ ਹੋ ਗਏ। ਇਸ ਬਿਦ ਕਹਿ ਬਹੁ ਭੇਟ ਚੜਾਏ। ਇਸ ਤਰ੍ਹਾਂ ਕਹਿ ਕਰਕੇ ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਲਿਆ ਕਰਕੇ ਚੜਾਉਂਦੇ ਹਨ। ਦੂਰ ਦੂਰ ਤੇ ਨਰਤ ਆਏ। ਦੂਰ ਦਰਾਡਿਆਂ ਤੋਂ ਵੀ ਪਿਆਰਿਓ ਮਨੁੱਖ ਉਹਦੇ ਹੁਣ ਡੇਰੇ ਦੇ ਵਿੱਚ ਆ ਰਹੇ। ਮਨ ਅਗਰਜ ਤੇ ਅਧਿਕਾਰ। ਪਹਿਲੇ ਜਿਸ ਤਰ੍ਹਾਂ ਮੰਨਦੇ ਸੀ ਨਾ, ਜਦੋਂ ਇਹ ਪਖੰਡੀ ਸੀ, ਕਰਮਕਾਂਡੀ ਸੀ, ਲੇਕਿਨ ਹੁਣ ਸਤਿਆਰ ਬਣ ਗਿਆ। ਉਹ ਤੋਂ ਦੂਣ ਸਵਾਈ ਇਹਦੀ ਵਡਿਆਈ ਵੱਧ ਗਈ ਹੈ। ਸ੍ਰੀ ਗੁਰੂ ਨਾਮ ਜਪਤ ਪਾਸੋਈ। ਸਤਿਗੁਰੂ ਮਹਾਰਾਜ ਜੀ ਦਾ ਨਾਮ ਜਪ ਕਰਕੇ ਜਾਂ ਤੇ ਪੂਜਾ ਬਹੁ ਜਗ ਹੋਈ। ਇਸ ਕਰਕੇ ਕਬੀਰਾਜ ਜੀ ਕਹਿੰਦੇ ਹਨ ਉਹਦੀ ਬਹੁਤ ਜ਼ਿਆਦੀ ਭਾਈ ਪੂਜਾ ਹੋ ਰਹੀ ਹੈ, ਬਹੁਤ ਜ਼ਿਆਦੀਆਂ ਮਨੌਤਾਂ ਲੋਕੀ ਕਰ ਰਹੇ ਹਨ। ਆਪਣੋ ਪੰਥ ਕਿਉ ਇੱਕ ਤਾਂ ਉਹਨੇ ਕੀ ਕਰਨਾ ਕੀਤਾ, ਸ਼ਹੁ ਸੁਹਾਗਣ ਨੇ ਆਪਣਾ ਇੱਕ ਵੱਖਰਾ ਪੰਥ ਸਾਜਨਾ
ਕੀਤਾ। ਬਾਂਧਤ ਜੇ ਘੁੰਗਰੂ ਪਗ ਮਾਹੀ। ਇਹ ਕੀ ਕਰਦੇ ਹਨ ਇਹਦੇ ਚੇਲੇ ਬਾਲ ਕੇ? ਉਹ ਪੈਰਾਂ ਦੇ ਵਿੱਚ ਰਾਸ ਧਾਰੀ ਜਿਸ ਤਰ੍ਹਾਂ ਘੁੰਗਰੂ ਬੰਨ ਕਰਕੇ ਨੱਚਦੇ, ਇਹਦੇ ਵੀ ਚੇਲੇ ਬਾਲ ਕੇ ਘੁੰਗਰੂ ਬੰਨਦੇ ਹਨ ਪੈਰਾਂ ਦੇ ਉੱਤੇ। ਗਲ ਮਹਿ ਮੌਰੀ ਪਾਵਹਿ ਸੋਈ। ਤੇ ਗਲ ਦੇ ਵਿੱਚ ਮੌਲੀ ਜੋ ਹੈ ਖਾਸ ਕਰਕੇ ਕੋਈ ਧਾਗਾ ਤਵੀਤ ਹੁੰਦਾ ਹੈ, ਤੇ ਇਹ ਇਹਨਾਂ ਦੀ ਬਾਹਰੀ ਇੱਕ ਨਿਸ਼ਾਨੀ ਹੈ। ਬਾਹਰੀ ਪਿਆਰਿਓ, ਹਰ ਕੋਈ ਧਰਮ ਜਿਹੜਾ ਹੈ, ਜਿੰਨੇ ਵੀ ਧਰਮ ਹਨ, ਤੇ ਫਿਰ ਬਾਰੀ ਵੀ ਪਿਆਰਿਓ ਉਹਨਾਂ ਦਾ ਭੇਖ ਹੁੰਦਾ ਹੈ, ਉਹਦੀਆਂ ਨਿਸ਼ਾਨੀਆਂ ਹੁੰਦੀਆਂ। ਜਿਸ ਤਰ੍ਹਾਂ ਕਿ ਸਿੱਖੀ ਦੀ ਇਹ ਨਿਸ਼ਾਨੀ ਹੈ, ਨਿਸ਼ਾਨੇ ਸਿੱਖੀ ਇਹ 5 ਹਰਫ ਕਾਫ, ਹਰਗਿਜ਼ ਨਾ ਬਾਸ਼ਦ ਇਹ 5 ਮਾਫ। ਇਹ 5 ਜੋ ਨਿਸ਼ਾਨੀਆਂ ਮਹਾਰਾਜ ਜੀ ਨੇ ਦਿੱਤੀਆਂ, ਇਹ ਨਿਸ਼ਾਨੀ ਕਰਕੇ ਹੀ ਤਾਂ ਕੋਈ ਆਪਣੇ ਆਪ ਨੂੰ ਗੁਰੂ ਕਾ ਸਿੱਖ ਖਾਲਸਾ ਅਖਵਾ ਸਕਦਾ ਹੈ। ਸਭ ਤੋਂ ਪਹਿਲੇ ਕੇਸ ਗੁਰੂ ਕੀ ਮੋਹਰ ਪਛਾਨੋ ਹੋ, ਕਿ ਗੁਰੂ ਇਹ ਕੇਸ ਜੋ ਹਨ ਇਹ ਸਤਿਗੁਰੂ ਮਹਾਰਾਜ ਜੀ ਦੀ ਮੋਹਰ ਹੈ। ਸਭ ਤੋਂ ਪਹਿਲੀ ਪਹਿਚਾਣੀ ਪਿਆਰਿਓ ਕੇਸ ਹਨ। ਜੇ ਆਪਾਂ ਫਿਰ ਕਈ ਵਾਰੀ ਕੀ ਕਰਦੇ ਆ, ਕਈ ਲੋਕ ਉਹ ਕਹਿ ਦਿੰਦੇ ਕਿ ਕੋਈ ਗੱਲ ਨਹੀਂ ਹੈ ਜੀ, ਹਾਲੇ ਇਹਨੇ ਅੰਮ੍ਰਿਤ ਨਹੀਂ ਛਕਣਾ ਕੀਤਾ, ਹਾਲੇ ਇਹ ਅੰਮ੍ਰਿਤਧਾਰੀ ਨਹੀਂ ਹੈ, ਤੇ ਹੁਣ ਕੇਸਾਂ ਨੂੰ ਰੱਖਣ ਦਾ ਵੀ ਕੀ ਫਾਇਦਾ, ਕੀ ਲਾਭ ਹੈ? ਜਦੋਂ ਅੰਮ੍ਰਿਤ ਛਕਾਂਗੇ ਜੀ ਉਸ ਵੇਲੇ ਕੇਸਾ ਧਾਰੀ ਬਣ ਜਾਵਾਂਗੇ। ਨਹੀਂ ਪਿਆਰਿਓ, ਇਹ ਬਿਲਕੁਲ ਗਲਤ ਗੱਲ ਹੈ। ਸਭ ਤੋਂ ਪਹਿਲੇ ਖਾਲਸਾ ਜਿਹੜਾ ਜੋ ਵੀ ਸਿੱਖ ਪਰਿਵਾਰ ਦੇ ਵਿੱਚ ਜਾਂ ਜੋ ਵੀ ਆਪਣੇ ਆਪ ਨੂੰ ਸਿੱਖ ਅਖਵਾਉਂਦਾ ਹੈ, ਸਭ ਤੋਂ ਪਹਿਲੇ ਕੇਸਾਂ ਦੀ ਰਹਿਤ ਜਿਹੜੀ ਪ੍ਰਵਰਸੀ ਕਰਨ ਵਾਸਤੇ ਉਸੇ ਵੇਲੇ ਪੁੱਠਾ ਪ੍ਰਚਾਰ ਕਰ ਦੇਣਾ। ਠੀਕ ਹੈ, ਅੰਮ੍ਰਿਤ ਆਪ ਜੀ ਜਦੋਂ ਛਕਣਾ ਨਾ, ਛੇਤੀ ਤੋਂ ਛੇਤੀ ਛਕ ਲੈਣਾ ਚਾਹੀਦਾ, ਲੇਕਿਨ ਕੋਈ ਜ਼ਬਰਦਸਤੀ ਨਹੀਂ ਹੈ। ਖਾਸ ਕਰਕੇ ਪਿਆਰਿਓ, ਤੇ ਜਿੱਥੇ ਕਈ ਥਾਵਾਂ ਦੇ ਵਿੱਚ ਟਕਸਾਲਾਂ ਦੇ ਵਿੱਚ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਨਾ, ਸਭ ਤੋਂ ਪਹਿਲਾ ਬਚਨ ਹੀ ਇਹ ਕੀਤਾ ਜਾਂਦਾ ਹੈ, ਕਿਹਾ ਜਾਂਦਾ ਕਿ ਭਾਈ ਤੁਸੀਂ ਜ਼ਬਰਦਸਤੀ ਤਾਂ ਅੰਮ੍ਰਿਤ ਪਾਨ ਨਹੀਂ ਕਰ ਰਹੇ ਹੋ, ਜਾਂ ਵੇਖਾ ਵੇਖੀ ਤਾਂ ਅੰਮ੍ਰਿਤ ਦਾ ਦਾਤ ਨਹੀਂ ਲੈ ਰਹੇ ਹੋ। ਜੇ ਕੋਈ ਤੁਹਾਨੂੰ ਜ਼ਬਰਦਸਤੀ ਹੈ, ਜੇ ਤੁਹਾਡਾ ਨਹੀਂ ਮਨ ਮੰਨਦਾ, ਕੋਈ ਗੱਲ ਨਹੀਂ ਹੈ, ਹਾਲੇ ਔਰ ਪਰਪੱਕ ਹੋ ਜਾ, ਬਾਅਦ ਦੇ ਵਿੱਚ ਅੰਮ੍ਰਿਤ ਨੂੰ ਧਾਰਨ ਕਰਨਾ ਕਰੋ, ਅੰਮ੍ਰਿਤ ਛਕਣਾ ਕਰੋ। ਕਈ ਪਿਆਰਿਓ ਇਹ ਵੀ ਕਰ ਲੈਂਦੇ ਹਨ ਕਿ ਚਲੋ ਜੀ ਆ ਗਏ ਗੁਰੂ ਘਰ ਦੇ ਵਿੱਚ ਆ ਗਏ ਤੇ ਦੇਖਾ ਦੇਖੀ ਕੋਈ ਅੰਮ੍ਰਿਤ ਛਕ ਲਿਆ, ਉਹਨੂੰ ਵੇਖ ਕਰਕੇ ਜੀ ਉਹ ਵੀ ਛਕ ਲੈਂਦਾ, ਤੇ ਛਕ ਕਰਕੇ 2-4 ਦਿਨਾਂ ਦੇ ਵਿੱਚ, ਮਹੀਨੇ 2 ਮਹੀਨੇ ਦੇ ਵਿੱਚ ਹੀ ਕਹਿ ਦਿੰਦੇ ਕਿ ਨਹੀਂ ਜੀ ਅੰਮ੍ਰਿਤ ਦੀ ਪਾਲਣਾ ਨਹੀਂ ਹੋ ਰਹੀ ਹੈ। ਫਿਰ ਜਾ ਕਕਾਰਾਂ ਨੂੰ ਲਾਹ ਦੇਣਾ, ਕੇਸਾਂ ਦੀ ਬੇਦਬੀ ਕਰ ਦੇਣੀ। ਇਹ ਫਿਰ ਪਿਆਰਿਓ ਗਲਤ ਗੱਲ ਹੈ। ਇਹਦੇ ਨਾਲੋਂ ਤਾਂ ਫਿਰ ਪਹਿਲੇ ਆਪਣੇ ਆਪ ਨੂੰ ਚੰਗੀ ਤਰ੍ਹਾਂ ਪੱਕਾ ਕਰਨਾ ਕਰੋ। ਸਭ ਤੋਂ ਪਹਿਲੀ ਰਹਿਤ ਜੋ ਹੈ ਗੁਰੂ ਕਾ ਪਿਆਰਾ, ਗੁਰੂ ਕਾ ਸਿੱਖ, ਇਹ ਜੋ ਕੇਸਾਂ ਨੂੰ ਤਾਂ ਆਪਾਂ ਰੱਖ ਸਕਦੇ ਹਾਂ। ਫਿਰ ਬਾਅਦ ਵਿੱਚ ਹੌਲੀ ਹੌਲੀ ਮਨ ਬਣਾਓ। ਕੜਾ ਅੱਜ ਆਪਾਂ ਵੇਖਦੇ ਹਾਂ ਕਈ ਵਾਰੀ ਪਿਆਰਿਓ, ਇੰਨਾ ਜੋ ਹੈ ਮਨ ਦੇ ਵਿੱਚ ਨਮੋਸ਼ੀ, ਬਹੁਤ ਮਨ ਦੇ ਵਿੱਚ ਅਫਸੋਸ ਹੁੰਦਾ। ਅੱਜ ਕਈ ਜੋ ਆਪ ਜੀ ਵੇਖੋ ਨਾ, ਹਜੂਰ ਸਾਹਿਬ ਦੇ ਵਿੱਚ, ਸਾਡੀ ਧਰਤੀ ਦੇ ਵਿੱਚ ਬਹੁਤ ਸਾਰੇ ਹਿੰਦੂ ਜਿਹੜੇ ਹਨ ਤੇ ਕਈ ਮੁਸਲਮਾਨ। ਇੱਥੋਂ ਤਾਂ ਪਿਆਰਿਓ ਫਿਰ ਕਈ ਜੋ ਲੜਕੀਆਂ ਵੀ ਜੋ ਹਨ, ਹੱਥ ਵਿੱਚ ਚੂੜੀਆਂ ਪਾਉਣਾ ਤਾਂ ਰਹਿ ਗਿਆ, ਉਹ ਫਿਰ ਕੜੇ ਪਾ ਕਰਕੇ ਰੱਖਦੀਆਂ, ਭਾਵ ਕਿ ਹਿੰਦੂ ਹੁੰਦੀਆਂ ਉਹ ਬੱਚੀਆਂ, ਹਿੰਦੂ ਘਰਾਣੇ ਦੇ ਵਿੱਚ ਉਹਨਾਂ ਦਾ ਜਨਮ ਹੁੰਦਾ, ਜਾਤੀ ਕਰਕੇ ਉਹ ਹਿੰਦੂ ਹੁੰਦੇ ਹਨ। ਮੁਸਲਮਾਨ ਆਪਨੇ ਵੀ ਵੇਖਿਆ ਹੋਵੇਗਾ, ਨਿੱਕਾ ਜਿਹਾ ਕੜਾ ਜਾਂ ਵੱਡਾ ਜਿਹਾ ਕੜਾ ਉਹ ਵੀ ਸ਼ਾਨ ਦੇ ਨਾਲ ਧਾਰਨ ਕਰਕੇ ਰੱਖਦੇ। ਉਹਨਾਂ ਨੂੰ ਵੀ ਗਰਮ ਮਹਿਸੂਸ ਹੁੰਦਾ ਕਿ ਭਾਈ ਗੁਰੂ ਕਾ ਕਕਾਰ ਅਸਾਂ ਨੇ ਧਾਰਨ ਕਰਨਾ ਕੀਤਾ। ਲੇਕਿਨ ਪਿਆਰਿਓ, ਬੇਸ਼ਰਮੀ ਦੇ ਨਾਲ ਉਸ ਵੇਲੇ ਆਪਾਂ ਮਰ ਜਾਂਦੇ ਆ। ਕੋਈ ਆਪਣੇ ਆਪ ਨੂੰ ਸਿੱਖ ਅਖਵਾਉਂਦਾ, ਤੇ ਫਿਰ ਸਿੱਖ ਅਖਵਾ ਕਰਕੇ ਹੱਥ ਵਿੱਚ ਕੜਾ ਨਹੀਂ ਹੁੰਦਾ। ਕਈ ਬੱਚੀਆਂ ਵੀ ਜਿਹੜੀਆਂ ਹਨ ਫੈਸ਼ਨ ਪਰਸਤ ਦੇ ਵਿੱਚ ਲੱਗ ਕਰਕੇ ਤੇ ਉਹ ਕੜਾ ਨਹੀਂ ਪਾਉਂਦੀਆਂ, ਕਹਿੰਦੀਆਂ ਕਿ ਨਹੀਂ ਜੀ ਬਾਬਾ ਜੀ ਕੜਾ ਪਾਇਆ ਤੇ ਚੂੜੀਆਂ ਜਿਹੜੀਆਂ ਟੁੱਟ ਜਾਂਦੀਆਂ। ਜਿਹੜੀ ਭਾਈ ਚੂੜੀ ਟੁੱਟਣ ਵਾਲੀ ਹੈ ਉਹ ਪਾ ਕਰਕੇ ਤੂੰ ਰਾਜੀ ਹੈ, ਤੇ ਕੜਾ ਜਿਹੜਾ ਹੈ ਉਹ ਟੁੱਟਦਾ ਨਹੀਂ, ਤੇਰਾ ਸਾਥ ਦੇਵੇਗਾ, ਉਹ ਪਾ ਕਰਕੇ ਤੂੰ ਰਾਜੀ ਨਹੀਂ ਹੈ। ਕੋਈ ਤਰ੍ਹਾਂ ਤਰ੍ਹਾਂ ਦੀ ਬਹਾਨੇਬਾਜ਼ੀ ਕਰਦਾ, ਨਹੀਂ ਜੀ ਫਿਰ ਕੜਾ ਇਹ ਹੁੰਦਾ ਜੀ, ਉਹ ਹੁੰਦਾ, ਐਲਰਜੀ ਹੋ ਜਾਂਦੀ। ਕਈ ਚੀਜ਼ ਪਿਆਰਿਓ ਅੱਜ ਬਣ ਗਏ। ਕਹਿਣ ਦਾ ਭਾਵ ਹੈ ਕਿ ਉਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਜਿਹੜੇ ਵਿਚਾਰੇ ਹਿੰਦੂ ਰਹਿ ਕਰਕੇ ਵੀ ਇਹ ਕਕਾਰ ਧਾਰਨ ਕਰਕੇ ਗਰਮ ਮਹਿਸੂਸ ਕਰਦੇ, ਫਖਰ ਮਹਿਸੂਸ ਕਰਦੇ, ਲੇਕਿਨ ਸ਼ਰਮ ਦੇ ਨਾਲ ਪਿਆਰੇ ਉਹਨਾਂ ਨੂੰ ਮਰ ਜਾਣਾ ਚਾਹੀਦਾ। ਜਿਹੜੇ ਸਿੱਖ ਅਖਵਾ ਕਰਕੇ ਕੜੇ ਦੇ ਵੀ ਧਾਰਨੀ ਨਹੀਂ ਬਣਦੇ ਹਨ, ਕੇਸਾਂ ਦੇ ਧਾਰਨੀ ਨਹੀਂ ਬਣਦੇ ਹਨ। ਕਹਿਣ ਦਾ ਭਾਵ ਹੈ ਅੰਮ੍ਰਿਤ ਪਿਆਰਿਓ
ਇਹ ਤਾਂ ਮਨ ਦੀ ਗੱਲ ਹੈ, ਅਵਸਥਾ ਦੀ ਗੱਲ ਹੈ, ਕੋਈ ਜ਼ਬਰਦਸਤੀ ਨਹੀਂ ਹੈ ਕਿ ਕੋਈ ਜ਼ਬਰਦਸਤੀ ਵੀ ਕਰੇ। ਹਾਂ, ਫਿਰ ਤਾਂ ਇਹ ਵੀ ਤਾਂ ਪਿਆਰਿਓ ਜ਼ਬਰਦਸਤੀ ਕਿ ਇਹਨੂੰ ਅੰਮ੍ਰਿਤ ਪਾਨ ਕਰਾ ਦਿਓ, ਅੰਮ੍ਰਿਤ ਛਕਾ ਦਿਓ, ਫਿਰ ਬਾਅਦ ਦੇ ਵਿੱਚ ਉਹ ਅੰਮ੍ਰਿਤ ਦੀ ਰਹਿਤ ਲਾ ਕਰਕੇ ਉਹ ਕੁਰੈਤਾਂ ਦੇ ਵਿੱਚ ਲੱਗ ਜਾਵੇ, ਪਤਿਤ ਬਣ ਜਾਵੇ, ਉਹਦੇ ਨਾਲੋਂ ਤਾਂ ਪਿਆਰਿਓ ਠੀਕ ਹੀ ਸੀ ਨਾ ਪਹਿਲਾਂ, ਜਿਸ ਤਰ੍ਹਾਂ ਅੰਮ੍ਰਿਤ ਦਾ ਖੰਡਨ ਤਾਂ ਨਹੀਂ ਹੋਵੇਗਾ। ਇਹਦਾ ਮਤਲਬ ਇਹ ਹੈ ਕਿ ਇਹ ਨਾ ਸਮਝਣਾ ਚਾਹੀਦਾ ਕਿ ਅੰਮ੍ਰਿਤ ਜਦੋਂ ਛਕੋਗੇ ਉਸ ਵੇਲੇ ਕਕਾਰਾਂ ਦੀ ਰਹਿਤ ਰੱਖਣੀ ਚਾਹੀਦੀ ਹੈ। ਨਹੀਂ ਪਿਆਰਿਓ, ਪਹਿਲੇ ਤੋਂ ਤੁਹਾਨੂੰ ਤਿਆਰੀ ਕਰਨੀ ਚਾਹੀਦੀ ਹੈ। ਪਹਿਲੇ ਜਦੋਂ ਮਹਾਂਪੁਰਖ, ਕਿਉਂਕਿ ਤਖਤ ਸਾਹਿਬਾਂ ਦੇ ਵਿੱਚ ਹੀ ਪਿਆਰਿਓ ਅੰਮ੍ਰਿਤ ਛਕਾਇਆ ਜਾਂਦਾ, ਤੇ ਸਾਡੇ ਤਖਤ ਸਾਹਿਬ ਜੀ ਦੀ ਵੀ ਇਹ ਮਰਿਆਦਾ ਪੁਰਾਤਨ ਹੋਇਆ ਕਰਦੀ। ਕੋਈ ਜੇ ਆ ਜਾਵੇ ਇਆਣਾ ਨਾ ਸਮਝ, ਕੋਈ ਬੱਚਾ ਆ ਜਾਵੇ ਨਾ, ਉਹਨੂੰ ਵੀ ਅੰਮ੍ਰਿਤ ਦੀ ਦਾਤ ਨਹੀਂ ਦਿੰਦੇ ਸਨ। ਉਹਨੂੰ ਕਹਿੰਦੇ, ਬੱਚਾ ਹਾਲੇ ਤੂੰ ਰਹਿਤ ਦੀ ਤੂੰ ਪਾਲਣਾ ਕਰਨਾ ਕਰ, ਹਾਲੇ ਤੂੰ ਰਹਿਤ ਨੂੰ ਧਾਰਨ ਕਰਨਾ ਕਰ, ਕਕਾਰਾਂ ਨੂੰ ਧਾਰਨ ਕਰਕੇ ਰੱਖ। ਕਈ ਕੀ ਇਹ ਵੀ ਪਿਆਰਿਓ ਬਹੁਤ ਵੱਡਾ ਇੱਕ ਗੁਨਾਹੀ ਹੈ। ਛੋਟਾ ਜਿਹਾ ਨਿੱਕਾ ਜਿਹਾ ਬੱਚਾ ਜਿਹਨੂੰ ਕੁਛ ਨਹੀਂ ਪਤਾ, ਬਸ ਉਹਨੂੰ ਵੀ ਲੈ ਕੇ ਆ ਜਾਣਾ। ਹਾਂ, ਉਹਨਾਂ ਦੇ ਵਾਸਤੇ ਜਿਨ੍ਹਾਂ ਦਾ ਬੱਚਿਆਂ ਦਾ ਉਹਨੂੰ ਪੰਜਾਂ ਬਾਣੀਆਂ ਦਾ ਜੋ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਦਿੱਤਾ ਜਾਂਦਾ, ਉਹ ਉਹਨਾਂ ਤੱਕ ਠੀਕ ਹੈ। ਲੇਕਿਨ ਫਿਰ ਕੀ ਹੁੰਦਾ, 8-10 ਸਾਲ ਦਾ ਵੀ ਕੋਈ ਬੱਚਾ ਹੈ, ਉਹਨੂੰ ਲਿਆ ਕਰਕੇ ਅੰਮ੍ਰਿਤ ਛਕਾ ਦਿਓ। ਅੰਮ੍ਰਿਤ ਛਕਾਓਗੇ, ਉਹ ਬੱਚਾ ਹਾਲੇ ਉਹਨੂੰ ਕੁਛ ਪਤਾ ਨਹੀਂ ਹੈ, ਤੇ ਫਿਰ ਪਿਆਰਿਓ ਉਹ ਫਿਰ ਕਕਾਰਾਂ ਦੀ ਰਹਿਤ ਨਹੀਂ ਰੱਖ ਸਕਦਾ, ਪੂਰਾ ਅੰਮ੍ਰਿਤ ਦੀ ਪਾਲਣਾ ਨਹੀਂ ਕਰ ਸਕਦਾ। ਇਸ ਕਰਕੇ ਸਾਡੇ ਮਹਾਂਪੁਰਖਾਂ ਨੇ, ਬਜ਼ੁਰਗਾਂ ਨੇ ਕਿਹਾ ਸੀ ਕਿ ਇਹ ਮਰਿਆਦਾ ਹੋਇਆ ਕਰਦੀ ਕਿ ਜਦੋਂ ਤੱਕ 18 ਸਾਲ ਤੋਂ 15-16 ਸਾਲ ਤੋਂ ਬੱਚਾ ਜਦੋਂ ਵੱਧ ਨਾ ਹੋ ਜਾਵੇ, ਉਹਨੂੰ ਜਦੋਂ ਰਹਿਤ ਦਾ ਪਤਾ ਨਾ ਹੋਵੇ, ਪਰਪੱਕ ਨਾ ਹੋਵੇ ਸਰੀਰ ਕਰਕੇ, ਉਦੋਂ ਤੱਕ ਉਹਨੂੰ ਅੰਮ੍ਰਿਤ ਦੀ ਦਾਤ ਨਹੀਂ ਦਿੰਦੇ ਸਨ। ਤੇ ਅੰਮ੍ਰਿਤ ਦੀ ਦਾਤ ਵੀ ਇਸ ਤਰ੍ਹਾਂ ਨਹੀਂ ਹੈ ਕਿ ਚਲੋ ਜੀ ਆ ਗਏ ਅੰਮ੍ਰਿਤ ਛਕ ਲਿਆ, ਤੇ ਪਹਿਲੇ ਉਹਨੂੰ ਕਹਿੰਦੇ ਕਿ ਭਾਈ 2-3 ਸਾਲ ਤੂੰ ਰਹਿਤ, ਇਹ ਪੂਰੀ ਬਾਣੇ ਦੀ ਤੂੰ ਰਹਿਤ ਧਾਰਨ ਕਰਨਾ ਕਰ, ਕਿ ਕਕਾਰ ਜਿਹੜੇ ਹਨ ਇਹਦੇ ਧਾਰਨੀ ਬਣ ਜਾ, ਇਹ ਕਕਾਰਾਂ ਦੀ ਰਹਿਤ ਨੂੰ ਤੂੰ ਧਾਰਨ ਕਰਨਾ ਕਰ, ਰੋਜ਼ 5 ਬਾਣੀਆਂ ਦਾ ਜਾਪ ਕਰਨਾ ਕਰ, ਸਿਮਰਨ ਕਰਨਾ ਕਰ, ਫਿਰ ਤੈਨੂੰ ਅੰਮ੍ਰਿਤ ਦੀ ਦਾਤ ਦਿੱਤੀ ਜਾਵੇਗੀ। ਫਿਰ ਪਿਆਰਿਓ ਜਦੋਂ ਉਹ ਪਰਪੱਕ ਹੋ ਜਾਂਦਾ, ਰਹਿਤ ਬਾਣੇ ਦਾ ਪੱਕਾ ਧਾਰਨੀ ਹੋ ਜਾਂਦਾ, ਫਿਰ ਉਹਨੂੰ ਪਰਚੋਲ ਕੇ ਵੇਖ ਕਰਕੇ ਕਿ ਹਾਂ ਭਾਈ ਇਹ ਹੁਣ ਅੰਮ੍ਰਿਤ ਛਕਣ ਦੇ ਲਾਇਕ ਬਣ ਗਿਆ, ਇਹਨੂੰ ਅੰਮ੍ਰਿਤ ਦੀ ਦਾਤ ਦੇਣੀ ਚਾਹੀਦੀ ਹੈ। ਫਿਰ ਜਾ ਕਰਕੇ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਦਿੰਦੇ ਸਨ। ਕਹਿਣ ਦਾ ਭਾਵ ਕਿ ਜੋ ਜਿੱਥੋਂ ਪਿਆਰਿਓ ਇਹ ਸ਼ਾਖਾ ਨਿਕਲੀ ਹੈ, ਇਹ ਬਚਨ ਆਰੰਭ ਹੋਇਆ ਕਿ ਹਰ ਧਰਮ ਦੀ ਆਪਣੀ ਆਪਣੀ ਕੋਈ ਬਾਰੀ ਨਿਸ਼ਾਨੀ ਹੋਇਆ ਕਰਦੀ। ਇਸ ਤਰ੍ਹਾਂ ਹੀ ਇਹ ਸ਼ੌ ਸੁਹਾਗਣ, ਇਹਦੇ ਮਤ ਦੇ ਲੋਕ, ਤੇ ਫਿਰ ਪੈਰਾਂ ਦੇ ਵਿੱਚ ਘੁੰਗਰੂ ਬੰਨ੍ਹਦੇ, ਗਲ ਦੇ ਵਿੱਚ ਮੌਲੀ ਜਿਹੜੀ ਹੈ, ਕੋਈ ਤਾਗਾ ਤਵੀਤ ਧਾਗਾ ਆਦਿਕ ਉਹ ਪਾ ਕਰਕੇ ਰੱਖਦੇ ਹਨ। ਭੇਖ ਚਲਿਓ ਜਗ ਪ੍ਰਗਟ ਹੋਏ, ਉਹਨੇ ਆਪਣਾ ਭੇਖ ਜਿਹੜਾ ਹੈ ਇਹ ਚਲਾਉਣਾ ਕੀਤਾ, ਜਗਤ ਦੇ ਵਿੱਚ ਬਾਅਦ ਵਿੱਚ ਉਹ ਪ੍ਰਗਟ ਹੋਇਆ। ਇਸ ਬਿਦ ਕੀਨ ਕਿਰਤਾਰਥ ਤਾਂ, ਇਸ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸ਼ੌ ਸੁਹਾਗੜ ਦਾ ਕਿਰਤਾਰਥ ਉਧਾਰ ਕਰਨਾ ਕੀਤਾ ਹੈ। ਨਾਮ ਪਤਿਤ ਪਾਵਨ ਹੈ ਜਾਨ, ਸਤਿਗੁਰੂ ਮਹਾਰਾਜ ਜੀ ਦਾ ਨਾਮ ਹੀ ਪਿਆਰਿਓ ਪਤਿਤ ਪਾਵਨ ਹੈ। ਜਿਹੜੇ ਪਤਿਤ ਲੋਕ ਹਨ ਉਹਨਾਂ ਨੂੰ ਪਾਵਨ ਕਰਨ ਵਾਲੇ ਹਨ। ਦੋਹਰਾ ਸ੍ਰੀ ਗੁਰੂ ਨਾਨਕ ਤੇ ਬਿਨਾ ਕਰੈ ਕੌਣ ਅਸਕਾਜ। ਹੁਣ ਕਵੀ ਰਾਜ ਜੀ ਆਪ ਸਾਰਿਆਂ ਦੇ ਵਾਸਤੇ ਪਿਆਰਿਓ ਇੱਕ ਪ੍ਰਸ਼ਨ ਜਿਹੜਾ ਹੈ ਖੜਾ ਕਰਦੇ ਹਨ। ਭਾਵ ਕਿ ਕਵੀ ਰਾਜ ਜੀ ਸਾਨੂੰ ਪ੍ਰਸ਼ਨ ਕਰ ਰਹੇ ਹਨ, ਸਾਨੂੰ ਕੁਐਸਚਨ ਕਰ ਰਹੇ ਹਨ ਕਿ ਭਾਈ ਤੁਸੀਂ ਆਪ ਇਹਦਾ ਜਵਾਬ ਲੱਭਣਾ ਕਰੋ, ਵੇਖਣਾ ਕਰੋ। ਆ ਜੋ ਕੰਮ ਸਤਿਗੁਰੂ ਮਹਾਰਾਜ ਜੀ ਨੇ ਕਰਨਾ ਕੀਤਾ ਨਾ, ਪੂਰਾ ਇਤਿਹਾਸ ਪੜ੍ਹ ਲਿਓ ਸ਼ੌ ਸੁਹਾਗਣ ਦਾ, ਕਿਸ ਤਰ੍ਹਾਂ ਲੋਕਾਂ ਨੂੰ ਠੱਗਦਾ ਸੀ, ਅੰਦਰ ਖਾਤੇ ਕੁੜੀਆਂ ਦੇ ਨਾਲ, ਜਨਾਨੀਆਂ ਦੇ ਨਾਲ ਮੂੰਹ ਕਾਲਾ ਕਰਦਾ, ਤੇ ਬਾਰ-ਬਾਰ ਕਹਿੰਦਾ ਸੀ ਕਿ ਭਾਈ ਮੈਨੂੰ ਸ਼ੌ ਦੀ ਪ੍ਰਾਪਤੀ ਹੁੰਦੀ ਸੀ। ਤੇ ਸਤਿਗੁਰੂ ਮਹਾਰਾਜ ਜੀ ਨੇ ਉਹਦਾ ਬਾਅਦ ਵੀ ਉਗੇੜ ਨਾ ਕੀਤਾ, ਉਹਦਾ ਲੋਕਾਂ ਦੇ ਸਾਹਮਣੇ ਕਰ ਦਿੱਤਾ ਕਿ ਭਾਈ ਇਹ ਲੋਕੋ ਤੁਹਾਨੂੰ ਠੱਗਦਾ ਹੈ, ਅੰਦਰ ਖਾਤੇ ਇਹੋ ਜਿਹੇ ਇਹ ਕੁਕਰਮ ਕਰਦਾ, ਉਹਦਾ ਬਾਅਦ ਵੀ ਉਗੇੜ ਦਿੱਤਾ। ਉਹੀ ਫਿਰ ਨਾਮ ਜਪ ਕਰਕੇ ਸ਼ਰਧਾ ਭਾਵਨਾ ਤਾਰਨ ਕਰਕੇ ਸ਼ਹੋ ਸੁਹਾਗਣ ਸਤਿਗੁਰੂ ਮਹਾਰਾਜ ਜੀ ਦੀ ਸ਼ਰਨ ਵਿੱਚ ਆਇਆ, ਤੇ ਮਹਾਰਾਜ ਜੀ ਨੇ ਉਹਨੂੰ ਬਖਸ਼ ਵੀ ਲਿਆ, ਉਹਨੂੰ ਉਪਦੇਸ਼ ਦਿੱਤਾ। ਉਪਦੇਸ਼ ਕਰਕੇ ਉਹਦੀ ਪ੍ਰਸਿੱਧੀ, ਉਹਦੀ ਮਾਨਤਾ ਵਧਾ ਵੀ ਦਿੱਤੀ ਹੈ, ਤੇ ਫਿਰ ਉਹਨੇ ਆਪਣਾ ਪੰਥ ਚਲਾਇਆ। ਇਹੋ ਜਿਹਾ ਕੰਮ ਪਿਆਰਿਓ ਕੋਈ ਕਰ ਸਕਦਾ ਸੰਸਾਰ ਦੇ ਵਿੱਚ?
ਆਪ ਖੁਦ ਇਹਦੀ ਵਿਚਾਰ ਕਰਨਾ ਕਰੋ। ਕਵੀ ਰਾਜੀ ਨੇ ਸਾਡੇ ਸਾਰਿਆਂ ਦੇ ਵਾਸਤੇ ਪ੍ਰਸ਼ਨ ਕਰ ਦਿੱਤਾ, ਇਹੋ ਜਿਹਾ ਕੰਮ ਕਿਉਂਕਿ ਕੋਈ ਗਲਤ ਬੰਦਾ ਹੋਵੇ ਆਪਾਂ ਕਹਿੰਦੇ ਜੀ ਉਹਨੂੰ ਸਜ਼ਾ ਦਿਓ। ਜੁਡੀਸ਼ਰੀ ਵੀ ਜਿਹੜੀ ਹੈ ਵੱਡੇ ਵੱਡੇ ਜੋ ਕੋਰਟ ਆਦਿ ਕਚਹਿਰੀਆਂ ਆਦਿ ਚੱਲਦੀਆਂ ਨਾ, ਉਹਦੇ ਵਿੱਚ ਵੀ ਇਹ ਕਹਿੰਦੇ ਜੀ ਗੁਨਾਹ ਕਰ ਦਿੱਤਾ ਜੀ ਇਹਨੂੰ ਮਾਰੋ, ਇਹਨੂੰ ਸਜ਼ਾ ਦਿਓ। ਲੇਕਿਨ ਇੱਕ ਗੱਲ ਚੇਤੇ ਰੱਖੋ, ਸਜ਼ਾ ਦੇਣ ਦੇ ਨਾਲ ਕੋਈ ਬੰਦਾ ਸੁਧਰ ਨਹੀਂ ਜਾਂਦਾ। ਕਈ ਬੰਦੇ ਜਦੋਂ ਜੇਲ੍ਹ ਦੇ ਵਿੱਚ ਸਜ਼ਾ ਮਿਲਦੀ ਔਰ ਜ਼ਿਆਦਾ ਬਾਗੀ ਬਣ ਜਾਂਦੇ, ਔਰ ਜ਼ਿਆਦਾ ਵਿਗੜ ਜਾਂਦੇ। ਹਾਂ, ਸਜ਼ਾ ਵੀ ਦੇਣੀ ਜ਼ਰੂਰੀ ਹੈ, ਲੇਕਿਨ ਸਜ਼ਾ ਦੇ ਕਰਕੇ ਫਿਰ ਉਹਨੂੰ ਮਾਫ ਕਰਨਾ, ਉਹਨੂੰ ਚੰਗੇ ਰਾਸਤੇ ਤੇ ਪਾਉਣਾ, ਇਹ ਔਰ ਕੋਈ ਨਹੀਂ ਕਰਦਾ। ਇਹ ਸਿਰਫ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਇਹ ਗੁਰੂ ਕਾ ਦਰ ਜੀ ਮਹਾਰਾਜ। ਅਮੀਰ ਨਿਵਾਜਤਾ ਸਾਰੇ ਹਨ, ਅਮੀਰਾਂ ਨੂੰ ਤਾਂ ਹਰ ਕੋਈ ਨਿਵਾਜਦਾ ਪਿਆਰਿਓ। ਇਹ ਜੋ ਦਰ ਹੈ ਗਰੀਬਾਂ ਨੂੰ ਨਿਵਾਜਣ ਵਾਲਾ ਹੈ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੱਡੇ ਵੱਡੇ ਇਹੋ ਜਿਹੇ ਪਾਪੀ, ਅਣਗਿਣਤ ਪਾਪੀਆਂ ਦਾ ਮਹਾਰਾਜ ਜੀ ਨੇ ਉਧਾਰ ਕਰਨਾ ਕੀਤਾ, ਉਹਨਾਂ ਨੂੰ ਸਤਿਗੁਰਾਂ ਨੇ ਤਾਰਨਾ ਕੀਤਾ ਹੈ। ਚੌਪਈ ਤੈਂ ਤੇ ਗਮਨੇ ਗੁਰੂ ਅਗਾਰੇ। ਇੱਥੋਂ ਪਿਆਰਿਓ ਪ੍ਰਕਰਨ ਜਿਹੜਾ ਬਦਲ ਰਿਹਾ, ਨਵੀਂ ਸਾਖੀ ਆਰੰਭ ਹੋ ਰਹੀ ਹੈ। ਸਤਿਗੁਰੂ ਮਹਾਰਾਜ ਉੱਥੋਂ ਗਮਨ ਕਰਕੇ ਅੱਗੇ ਵੱਧ ਕੇ ਨਰਨ ਉਧਾਰਨ ਪਰ ਉਪਕਾਰੀ। ਸਤਿਗੁਰੂ ਮਹਾਰਾਜ ਜੀ ਨੇ ਕੀ ਮਿਸ਼ਨ ਰੱਖਣਾ ਕੀਤਾ, ਕਿਉਂ ਯਾਤਰਾ ਕਰ ਰਹੇ ਹਨ? ਨਰਨ ਉਧਾਰਨ, ਕਿ ਜਿਹੜੇ ਮਨੁੱਖ ਜਿਹੜੇ ਉਹਨਾਂ ਦਾ ਉਧਾਰ ਕਰਨਾ, ਪਰਉਪਕਾਰ ਨਿਤ ਚਿਤ ਵਧੇ। ਪਰਉਪਕਾਰ ਨੂੰ ਧਾਰਨ ਕਰਕੇ ਲੋਕਾਂ ਦੇ ਉੱਤੇ ਉਪਕਾਰ ਕਰਨ ਵਾਸਤੇ ਮਹਾਰਾਜ ਜੀ ਨੇ ਅੱਗੇ ਯਾਤਰਾ ਕੀਤੀ। ਜਹ ਟਿੱਲਾ ਹੈ ਬਾਲ ਗੁੰਦਾਈ। ਜਿੱਥੇ ਪਿਆਰਿਓ ਇਹ ਬਾਲ ਗੁੰਦਾਈ ਦਾ ਟਿੱਲਾ ਜਿਹੜਾ ਹੈ, ਇੱਥੇ ਇਹ ਬਾਲ ਗੁੰਦਾਈ ਦਾ ਟਿੱਲਾ ਜਿਹੜਾ ਜੇਹਲਮ ਜ਼ਿਲ੍ਹਾ ਜਿਹੜਾ ਹੈ ਨਾ, ਪਾਕਿਸਤਾਨ ਦੇ ਵਿੱਚ ਹੀ ਸ਼ਾਇਦ ਵੱਜਦਾ ਹੋਵੇਗਾ। ਜੇਹਲਮ ਜਿਹਨੂੰ ਬੋਲਦੇ, ਜੇਹਲਮ ਦੇ ਕੋਲ ਇੱਥੇ ਬਾਲ ਗੁੰਦਾਈ ਦਾ ਇੱਕ ਬਹੁਤ ਵੱਡਾ ਡੇਰਾ ਹੈ। ਇਹ ਜੋਗੀਆਂ ਦਾ ਇੱਥੇ ਬਹੁਤ ਵੱਡਾ ਗੜ ਸੀ, ਤੇ ਇਹ ਉਹੀ ਗੜ ਹੈ। ਰਾਂਝਾ ਆਪ ਜੀ ਨੇ ਵੇਖਿਆ ਸੁਣਿਆ ਹੋਵੇਗਾ ਕਿ ਹੀੜ ਤੇ ਰਾਂਝੇ ਦੀ ਕਹਾਣੀ ਜਿਹੜੀ ਹੈ ਬਹੁਤ ਜ਼ਿਆਦਾ ਮਸ਼ਹੂਰ ਹੈ। ਸਾਰਿਆਂ ਨੂੰ ਉਹਨਾਂ ਦਾ ਨਾਮ ਦਾ ਪਤਾ ਹੈ ਕਿ ਹੀਰ ਤੇ ਰਾਂਝਾ ਕੌਣ ਸੀ। ਤੇ ਰਾਂਝਾ ਜਿਹੜਾ ਹੈ ਹੀਰ ਦੇ ਮਗਰ ਲੱਗ ਕਰਕੇ ਉਹ ਇਹੀ ਡੇਰੇ ਦੇ ਵਿੱਚ ਆ ਕਰਕੇ ਉਹਨੇ ਜੋਗੀ ਬਣ ਗਿਆ ਸੀ। ਭਾਵ ਕਿ ਉਹ ਰਾਂਝਾ ਜਿਹੜਾ ਹੈ ਇੱਥੋਂ ਹੀ ਆ ਕਰਕੇ ਸਿੱਖਿਆ ਲੈ ਕਰਕੇ ਜੋਗੀ ਬਣ ਗਿਆ। ਤੇ ਉਸ ਵੇਲੇ ਜੋ ਸਿੱਧ ਬਾਬਾ ਸੀ ਨਾ ਉੱਥੇ ਡੇਰੇਦਾਰ, ਉਹਦਾ ਨਾਮ ਸੀ ਸਿੱਧ ਬਗਾਈ। ਜੋਗੀ ਬਹੁਤ ਰਹਿਤ ਥਾਈ। ਉਹ ਅਸਥਾਨ ਜੇਹਲਮ ਦੇ ਵਿੱਚ, ਕਿਉਂਕਿ ਹੁਣ ਤਾਂ ਪਿਆਰਿਓ ਉਹ ਸਭ ਕੁਝ ਤਹਿਸ ਨਹਿਸ ਹੋ ਗਿਆ। ਇਹ ਕੱਟਰਵਾਦ ਮੁਸਲਮਾਨਾਂ ਨੇ ਬਹੁਤ ਵੱਡਾ ਪਿਆਰਿਓ ਉੱਥੇ ਦਾਸ, ਜਦੋਂ ਵੀ ਕੋਈ ਇਸ ਤਰ੍ਹਾਂ ਦਾ ਬਚਨ ਆਉਂਦਾ ਆਪਾਂ ਕੋਟ ਕਰਦੇ ਆ। ਬਹੁਤ ਸਾਰੇ ਪਿਆਰਿਓ ਪਾਕਿਸਤਾਨ ਦੇ ਵਿੱਚ ਗੁਰਦੁਆਰੇ ਸਾਹਿਬ ਸਨ, ਅਫਗਾਨਿਸਤਾਨ ਦੇ ਵਿੱਚ ਆ ਮੁਲਤਾਨ, ਕਾਬਲ, ਕੰਧਾਰ, ਪਿਸ਼ੌਰ ਤੇ ਨਾਲ ਕਿੱਥੇ ਹੈ ਆਪ ਜੀ ਦੇਖੋ ਈਰਾਨ, ਇਰਾਕ, ਕੁਵੈਤ ਆਦਿਕ। ਬਹੁਤ ਜ਼ਿਆਦਾ ਇੱਥੇ ਕਿਸੇ ਜ਼ਮਾਨੇ ਦੇ ਵਿੱਚ ਸਿੱਖੀ ਦਾ ਪ੍ਰਚਾਰ ਸੀ, ਲੇਕਿਨ ਇਹ ਤੁਸਬ ਦੇ ਨਾਲ ਭਰੇ ਹੋਏ ਲੋਕਾਂ ਨੇ, ਕੱਟਰਵਾਦ ਦੇ ਨਾਲ ਭਰੇ ਹੋਏ ਲੋਕਾਂ ਨੇ ਉਹਨਾਂ ਸਾਰੇ ਅਸਥਾਨਾਂ ਨੂੰ ਤਹਿਸ ਨਹਿਸ ਕਰ ਦਿੱਤਾ। ਅੱਜ ਜੇ ਜਾ ਕਰਕੇ ਦੇਖੋ, ਕਿਸੇ ਜ਼ਮਾਨੇ ਦੇ ਵਿੱਚ ਜੋਗੀਆਂ ਦਾ ਸਭ ਤੋਂ ਵੱਡਾ ਇਹ ਗੜ ਮੰਨਿਆ ਜਾਂਦਾ ਸੀ ਜੇਹਲਮ ਦਾ, ਲੇਕਿਨ ਹੁਣ ਉਹਨਾਂ ਨੇ ਸਭ ਉੱਥੇ ਤਬਾਹ ਕਰ ਦਿੱਤਾ। ਦੂਜੇ ਅਨਮਤੀਆਂ ਨੂੰ, ਦੂਜੇ ਧਰਮ ਵਾਲਿਆਂ ਨੂੰ ਰਹਿਣ ਹੀ ਨਹੀਂ ਦਿੱਤਾ ਹੈ। ਸਿਰਫ ਜੋ ਮੁਸਲਮਾਨ ਹੈ ਉਹਨਾਂ ਦਾ ਹੀ ਪਿਆਰਿਓ ਬਹੁਤ ਜ਼ਿਆਦਾ ਬੋਲਬਾਲਾ ਹੈ। ਹੁਣ ਜੋ ਘੱਟ ਗਿਣਤੀ ਦੇ ਲੋਕ ਹਨ, ਕਿੰਨਾ ਜ਼ਿਆਦਾ ਉਹਨਾਂ ਦੇ ਉੱਤੇ ਅਤਿਆਚਾਰ ਅੱਜ ਵੀ ਹੋ ਰਿਹਾ ਹੈ, ਇਹ ਆਪ ਜੀ ਨੂੰ ਭਲੀ ਪ੍ਰਕਾਰ ਪਤਾ ਹੈ। ਦੋਹਰਾ ਬਾਲ ਗੁੰਦਾਈ ਸਦਨ ਮਹਿ ਬਾਜ ਸਾਲ ਮਹਿ ਬਾਜ। ਉਹ ਜੋ ਬਾਲ ਗੁੰਦਾਈ ਦਾ ਜੋ ਡੇਰਾ ਜਿਹੜਾ ਹੈ ਨਾ, ਉਹਦੇ ਸਦਨ ਦੇ ਵਿੱਚ, ਉਹਦੇ ਡੇਰੇ ਦੇ ਵਿੱਚ ਬਹੁਤ ਸਾਰੇ ਘੋੜੇ ਸਨ। ਇੱਕ ਖਜ਼ਾਨਾ ਚੀਰ ਕੋ ਪਰਉਪਕਾਰ ਕੇ ਕਾਜ। ਇੱਕ ਖਜ਼ਾਨਾ ਜਿਹੜਾ ਹੈ ਉਹਦੇ ਡੇਰੇ ਦੇ ਵਿੱਚ ਬਹੁਤ ਵੱਡਾ ਤਹਿਖਾਨਾ ਜਿਹੜਾ ਹੈ, ਤੇ ਤਹਿਖਾਨਾ ਕੱਪੜਿਆਂ ਦੇ ਨਾਲ ਭਰਿਆ ਹੋਇਆ ਸੀ ਪਰਉਪਕਾਰ ਕਰਨ ਵਾਸਤੇ। ਚੌਪਈ ਉੱਤਮ ਭੋਜਨ ਸੋ ਬਣਵਾਵੇ। ਇਹ ਆਪਣੇ ਡੇਰੇ ਦੇ ਵਿੱਚ ਕੀ ਕਰਦੇ ਸਨ? ਬਹੁਤ ਉੱਤਮ ਭੋਜਨ ਬਣਵਾਉਂਦੇ ਸਨ, ਬਹੁਤ ਵਧੀਆ ਲੰਗਰ ਇਹਨਾਂ ਦਾ ਚਲਿਆ ਕਰਦਾ ਸੀ। ਜਿਹੜਾ ਵੀ ਕੋਈ ਆਵੇ ਨਾ ਰਾਗੀਰ,
ਉਹਨੂੰ ਇਹ ਬਹੁਤ ਪ੍ਰੇਮ ਦੇ ਨਾਲ ਪ੍ਰੀਤੀ ਭੋਜਨ ਛਕਾਉਂਦੇ ਸਨ, ਤਰ੍ਹਾਂ ਤਰ੍ਹਾਂ ਦੇ ਪਦਾਰਥ ਬਣਾ ਕਰਕੇ ਛਕਾਉਣਾ। ਜੋ ਤਹਿ ਜਾਏ ਸਭਨ ਕੋ ਖਵਾਵੇ, ਜਿਹੜਾ ਵੀ ਉਹਦੇ ਡੇਰੇ ਵਿੱਚ ਚੱਲ ਜਾਵੇ, ਜਿਸ ਤਰ੍ਹਾਂ ਗੁਰੂ ਘਰ ਦੇ ਵਿੱਚ ਕੋਈ ਵੀ ਆ ਜਾਵੇ ਨਾ ਪਿਆਰਿਓ, ਕਦੇ ਜਾਤ ਪਾਤ ਨਹੀਂ ਪੁੱਛੀ ਜਾਂਦੀ ਹੈ। ਇਹ ਵੀ ਨਹੀਂ ਹੁੰਦਾ ਕਿ ਭਾਈ ਲੰਗਰ ਜਿਹੜਾ ਸਿੱਖਾਂ ਵਾਸਤੇ ਵੱਖਰਾ ਹੈ, ਜਾਂ ਕੋਈ ਵਿਸ਼ੇਸ਼ ਕੁਝ ਲੋਕ ਹਨ ਜੀ 10-15 ਉਹਨਾਂ ਦੇ ਵਾਸਤੇ ਵਧੀਆ ਜੋ ਐਟਮ ਬਣਾਏ ਜਾ ਰਹੇ ਹਨ, ਤੇ ਫਿਰ ਆਮ ਸੰਗਤ ਵਾਸਤੇ ਜੀ ਐ ਦੂਜੀ ਸਬਜ਼ੀ ਦਾਲ। ਇਸ ਤਰ੍ਹਾਂ ਨਹੀਂ ਹੈ ਗੁਰੂ ਘਰ ਦੇ ਵਿੱਚ। ਇਹਦੇ ਡੇਰੇ ਦੇ ਵਿੱਚ ਵੀ ਕਵੀ ਰਾਜੀ ਖਾਸੀਅਤ ਦੱਸਦੇ ਹਨ, ਲੰਗਰ ਚੱਲਦਾ ਸੀ ਤੇ ਅੱਤ ਦਾ ਚੰਗੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾ ਕਰਕੇ ਇਹ ਲੋਕਾਂ ਨੂੰ ਛਕਾਉਂਦਾ ਸੀ। ਬਾਲਕੁੰਦਾ ਜੀ ਸੁੰਦਰ ਮੰਦਰ ਮਹਿ ਬਿਸ਼ਰਾਮਾ, ਇਹ ਸੁੰਦਰ ਮੰਦਰ ਜਿਹੜਾ ਹੈ ਬਹੁਤ ਵੱਡਾ ਡੇਰਾ ਸੀ, ਸਰਾਏ ਵੀ ਸੀ, ਬਹੁਤ ਜ਼ਿਆਦਾ ਬੁੰਗੇ ਸਨ। ਜਿਹੜਾ ਵੀ ਚੱਲ ਜਾਵੇ ਉਹਨੂੰ ਵਿਸ਼ਰਾਮ ਵਾਸਤੇ ਵਧੀਆ ਕਮਰੇ ਦਿੰਦੇ। ਨਗਨ ਦੇਖ ਪਟ ਦੇ ਅਭਿਰਾਮ, ਜਿਹੜਾ ਵੀ ਕੋਈ ਨਗਨ ਬੰਦਾ ਨਜ਼ਰ ਆਉਂਦਾ ਨਾ, ਜਿਹਦੇ ਕੋਲ ਕੱਪੜੇ ਨਹੀਂ ਹਨ, ਉਸੇ ਵੇਲੇ ਇਹ ਕੀ ਕਰਿਆ ਕਰਦੇ ਤੇ ਬਸਤਰ, ਜਿੱਥੇ ਪਹਿਲਾਂ ਬਚਨ ਆਇਆ ਨਾ ਕਿ ਬਹੁਤ ਸਾਰਾ ਬਸਤਰਾਂ ਦਾ ਖਜ਼ਾਨਾ ਸੀ ਇਹਨਾਂ ਦੇ ਕੋਲ, ਤੇ ਉਹ ਬਸਤਰ ਜਿਹੜਾ ਵੀ ਲੋੜਵੰਦ ਹੈ ਤੇ ਉਹਨੂੰ ਫਿਰ ਇਹ ਸੇਵਾ ਕਰਦਾ। ਅੱਜ ਵੀ ਪਿਆਰਿਓ ਇਸ ਗੱਲ ਨੂੰ ਸਾਨੂੰ ਵੀ ਨੋਟ ਕਰਨਾ ਚਾਹੀਦਾ। ਕਈ ਵਾਰੀ ਆਪਾਂ ਕੀ ਕਰਦੇ ਆ, ਜੋ ਰੱਜਿਆ ਹੋਇਆ ਹੈ, ਜਿਹਨੂੰ ਕੱਪੜਿਆਂ ਦੀ ਲੋੜ ਹੀ ਨਹੀਂ ਹੈ, ਉਹਨੂੰ ਜਾ ਕਰਕੇ ਤੁਸੀਂ ਕੱਪੜੇ ਦੇਈ ਜਾਂਦੇ, ਉਹਨੂੰ ਕਹਿਣਾ ਜੀ ਦਾਨ ਕੀਤਾ ਪੁੰਨ। ਨਹੀਂ ਪਿਆਰਿਓ, ਉਹ ਜਿਨ੍ਹਾਂ ਨੂੰ ਲੋੜ ਹੀ ਨਹੀਂ ਹੈ ਉਹਨਾਂ ਨੇ ਵੀ ਕੀ ਕਰਨਾ, ਲੈ ਕਰਕੇ ਰੱਖ ਲੈਣਾ, ਬਾਅਦ ਵਿੱਚ ਉਹਨੂੰ ਸੁੱਟ ਦੇਣਾ। ਇਹਦੇ ਨਾਲੋਂ ਤਾਂ ਵਧੀਆ ਪਿਆਰਿਓ ਜਿਹੜਾ ਲੋੜਵੰਦ ਹੈ, ਕੋਈ ਗੁਰੂ ਕਾ ਸਿੱਖ ਜਿਹੜਾ, ਇਹ ਸਾਨੂੰ ਚਾਹੀਦਾ। ਮਹਾਰਾਜ ਜੀ ਨੇ ਕਿਹਾ ਨਾ, ਦਾਨ ਦਿਓ ਇਨਹੀ ਕੋ ਭਲੋ, ਔਰ ਆਨ ਕੋ ਦਾਨ ਨਾ ਲਾਗਤ ਨੀਕੋ, ਆਗੇ ਫਲੈ ਇਨਹੀ ਕੋ ਦਿਓ, ਜਗ ਮੈਂ ਜਸ ਔਰ ਦਿਓ ਸਭ ਫੀਕੋ, ਮੋਹ ਗ੍ਰਹਿ ਮੈਂ ਤਨ ਤੇ ਮਨ ਤੇ ਸਿਰ ਲਾਉ, ਧਨ ਹੈ ਸਭ ਹੀ ਇਨਹੀ ਕੋ। ਸਤਿਗੁਰੂ ਮਹਾਰਾਜ ਜੀ ਨੇ ਖਾਲਸੇ ਨੂੰ ਵਿਸ਼ੇਸ਼ ਕਰਕੇ ਹਿਦਾਇਤ ਕਰ ਦਿੱਤੀ ਹੈ ਕਿ ਖਾਲਸਾ ਜੀ ਦਾਨ ਵੀ ਕਰਨਾ ਨਾ, ਤੇ ਸਭ ਤੋਂ ਪਹਿਲੇ ਕੋਈ ਗਰੀਬ ਸਿੱਖ ਜਿਹੜਾ ਹੈ ਉਹਨੂੰ ਦਾਨ ਕਰਨਾ ਕਰੋ। ਕੋਈ ਹਾਂ ਗਰੀਬ ਸਿੱਖ ਹੈ, ਵਿਚਾਰਾ ਵਧੀਆ ਜੀਵਨ ਹੈ, ਜਿਹਦਾ ਕਿਰਤੀਆ ਹੈ, ਤੇ ਤੁਹਾਨੂੰ ਕੱਪੜੇ ਦੀ ਸੇਵਾ ਕਰਨੀ ਹੈ, ਉਹਨੂੰ ਬੁਲਾ ਕਰਕੇ ਦੱਸੋ, ਉਹਨੂੰ ਫਿਰ ਬਸਤਰ ਭੇਟ ਕਰ ਦਿਓ। ਉਹ ਪਿਆਰਿਓ ਉਹਦਾ ਜਦੋਂ ਤਨ ਕੱਜਿਆ ਜਾਵੇਗਾ ਨਾ, ਉਹਨੇ ਦਿਲੋਂ ਤੁਹਾਨੂੰ ਆਸ਼ੀਰਵਾਦ ਦੇਣਾ, ਦਿਲੋਂ ਤੁਹਾਡੇ ਵਾਸਤੇ ਉਹਨੇ ਅਰਦਾਸ ਕਰਨੀ ਹੈ। ਜਿਹੜਾ ਇਹ ਕੱਪੜਿਆਂ ਕਰਕੇ ਦਸਤਾਰਾਂ ਕਰਕੇ ਰੱਜਿਆ ਹੋਇਆ ਹੋਵੇ, ਘਾਟਾ ਕੋਈ ਨਾ ਹੋਵੇ, ਉਹਨਾਂ ਨੂੰ ਦੇ ਦਿਓ, ਗੱਲ ਹੀ ਨਹੀਂ ਬਣਦੀ ਹੈ। ਉਹਨਾਂ ਨੇ ਤਾਂ ਕਿੰਤੂ ਪਰੰਤੂ ਹੀ ਕਰਨਾ ਕਿ ਭਾਈ ਕਿਹੋ ਜਿਹਾ ਦਿੱਤਾ ਕਰਕੇ, ਲੇਕਿਨ ਕੋਈ ਗਰੀਬ ਬੰਦੇ ਨੂੰ ਦਿਓਗੇ ਉਹਦਾ ਤਨ ਢੱਕਿਆ ਜਾਵੇਗਾ, ਉਹਨੇ ਅਰਦਾਸ ਕਰਨੀ ਹੈ। ਤੇ ਜਿਹੜਾ ਲੋੜਵੰਦ ਹੈ, ਜਿਸ ਤਰ੍ਹਾਂ ਕਿ ਪਿਆਰਿਓ ਇਹਨਾਂ ਚੀਜ਼ਾਂ ਦਾ ਬਹੁਤ ਜ਼ਿਆਦਾ ਘਾਟ ਚੱਲ ਰਿਹਾ। ਹੁਣ ਇਹ ਜੋ ਸਮਾਂ ਵੀ ਚੱਲ ਰਿਹਾ ਮਹਾਂਮਾਰੀ ਦਾ, ਸਭ ਤੋਂ ਪਹਿਲੇ ਪਿਆਰਿਓ ਸੇਵਾ ਕਰੋ। ਜੋ ਬਾਹਰੀ ਕੋਈ ਅਨਮਤੀਆ ਸਾਡੇ ਘਰ ਵਿੱਚ ਆਵੇ, ਲੰਗਰ ਵਿੱਚ ਆਵੇ, ਉਹਨੂੰ ਰੱਜ ਕੇ ਭੋਜਨ ਛਕਾਓ, ਉਹਦੀ ਸੇਵਾ ਕਰੋ। ਲੇਕਿਨ ਬਾਹਰ ਵੱਧ ਕਰਕੇ ਸਭ ਤੋਂ ਪਹਿਲੇ ਸਾਨੂੰ ਆਪਣੇ ਸਿੱਖਾਂ ਦਾ ਸੁਧਾਰ ਕਰਨਾ ਚਾਹੀਦਾ। ਕਈ ਵਾਰੀ ਕੀ ਹੁੰਦਾ, ਆਪਾਂ ਦੂਜਿਆਂ ਨੂੰ ਵੇਖ ਕਰਕੇ ਦੂਜਿਆਂ ਦੀ ਸੇਵਾ ਕਰਦੇ ਕਰਦੇ, ਮਾਫ ਕਰਨਾ ਪਿਆਰਿਓ, ਇਹ ਆਪਣਾ ਨਿਜ ਮਤ ਹੈ, ਉਹਨਾਂ ਨੂੰ ਇਹ ਕਰਕੇ ਫਿਰ ਆਪਣੇ ਜਿਹੜੇ ਖਾਲੀ ਰਹਿ ਜਾਂਦੇ, ਸਿੰਘ ਜਿਹੜੇ ਗਰੀਬ ਦੇ ਗਰੀਬ ਹੀ ਰਹਿ ਜਾਂਦੇ। ਇਸ ਕਰਕੇ ਉਹਨਾਂ ਦੀ ਬਾਂਹ ਫੜਨੀ ਚਾਹੀਦੀ ਹੈ। ਜੇ ਮਾਇਆ ਹੈ ਤੇ ਵੇਖੋ ਕੋਈ ਪੜਨ ਵਾਲੇ ਬੱਚੇ ਹਨ, ਲੋੜਵੰਦ ਹਨ, ਉਹਨਾਂ ਦੀ ਜਾ ਕਰਕੇ ਸੇਵਾ ਕਰੋ, ਭਾਵ ਕਿ ਉਹਨਾਂ ਦੀ ਫੀਸ ਭਰ ਦਿਓ, ਉਹਨਾਂ ਨੂੰ ਕਿਤਾਬਾਂ ਦਿਲਾ ਕੇ ਦਿਓ, ਵਿਚਾਰੇ ਪੜ੍ਹ ਲਿਖ ਲੈਣਗੇ। ਜਿਹੜਾ ਅੰਨ ਪਾਣੀ ਕਰਕੇ ਭੁੱਖਾ ਹੈ, ਉਹ ਗਰੀਬ ਨੂੰ ਤੁਸੀਂ ਫਿਰ ਭੋਜਨ ਛਕਾਓ, ਗੁਰੂ ਕੇ ਸਿੱਖ ਦੀ ਸੇਵਾ ਕਰੋ, ਲੋੜਵੰਦ ਦੀ, ਤਾਂ ਤੁਹਾਡੀ ਸੇਵਾ ਜਿਹੜੀ ਹੈ ਸਫਲੀ ਹੋਵੇਗੀ, ਫਲੀਭੂਤ ਹੋਵੇਗੀ। ਪੰਥ ਚਲਤ ਸ਼ਰਮ ਜੋ ਹੋ ਜਾਵੇ, ਜਿਹੜਾ ਵੀ ਪਿਆਰਿਓ ਰਾਸਤੇ ਦੇ ਵਿੱਚ ਚੱਲਦਾ ਜੋ ਸ਼ਰਮਿਤ ਹੋ ਜਾਂਦਾ, ਭੇਜ ਤੁਰੰਗ ਤਾਂ ਹੀ ਚੜਵਾਵੇ। ਜਿਸ ਤਰ੍ਹਾਂ ਅੱਜ ਤਖਤ ਸਾਹਿਬ ਦੇ ਵਿੱਚ ਵੀ ਮਹਾਂਪੁਰਖਾਂ ਦੇ ਕੋਲ ਵੀ ਪਿਆਰਿਓ ਬਹੁਤ ਸਾਰੀਆਂ ਗੱਡੀਆਂ ਹਨ। ਕਾਹਦੇ ਵਾਸਤੇ? ਜੇ ਕੋਈ ਸਟੇਸ਼ਨ ਤੋਂ ਆ ਗਿਆ ਤੇ ਸਿੱਧਾ ਆਪਣੀ ਗੱਡੀ ਚੱਲ ਜਾਂਦੀ ਹੈ, ਜਾ ਕਰਕੇ ਫਿਰ ਉਹਨਾਂ ਨੂੰ ਗੱਡੀ ਦੇ ਉੱਤੇ ਬਿਠਾ ਕਰਕੇ ਕਮਰਿਆਂ ਦੇ ਵਿੱਚ ਲਿਆ ਕਰਕੇ ਛੱਡਿਆ ਜਾਂਦਾ। ਪੂਰਾ ਪ੍ਰਬੰਧ ਇਹ ਜੋ ਇੱਥੇ ਦੱਸ ਰਹੇ ਹਨ, ਫਿਰ ਉਹਨਾਂ ਦਾ ਟਿਕਾਣਾ ਕੀਤਾ ਜਾਂਦਾ, ਕਮਰੇ ਦਿੱਤੇ ਜਾਂਦੇ, ਲੰਗਰ ਦਾ ਪ੍ਰਬੰਧ ਹੁੰਦਾ। ਲੇਕਿਨ ਪਹਿਲੇ ਜ਼ਮਾਨੇ ਦੇ ਵਿੱਚ ਗੱਡੀਆਂ ਨਹੀਂ ਸਨ। ਇਹ ਬਾਲਗੁੰਦਾਈ ਦੇ ਡੇਰੇ ਦੇ ਵਿੱਚ ਬਹੁਤ ਸਾਰੇ ਘੋੜੇ, ਬਹੁਤ ਸਾਰੇ ਖੱਚਰ, ਬੈਲ ਗੱਡੇ ਆਦਿਕ ਇਹਨੇ ਰੱਖ ਛੱਡੇ ਸਨ।
ਜਦੋਂ ਇਹਦੇ ਚੇਲੇ ਬਾਲਕਿਆਂ ਨੂੰ ਜਾਂ ਉਹਦੇ ਸੇਵਕਾਂ ਨੂੰ, ਸੇਵਕ ਵੀ ਪਿਆਰਿਓ ਬੜੇ ਇਮਾਨਦਾਰ ਸੀ ਸੇਵਾ ਕਰਨ ਵਾਲੇ, ਤੇ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਭਾਈ ਕੋਈ ਬੰਦਾ ਬੈਲ ਗੱਡੀਆਂ ਦੇ ਉੱਤੇ ਸਮਾਨ ਲੱਦ ਕਰਕੇ ਉਹਨੂੰ ਡੇਰੇ ਦੇ ਵਿੱਚ, ਜਿਸ ਤਰ੍ਹਾਂ ਗੁਰੂ ਘਰ ਦੀਆਂ ਹੁਣ ਗੱਡੀਆਂ ਜਾਂਦੀਆਂ ਹਨ, ਕੋਈ ਸੰਗਤ ਜਦੋਂ ਆਉਣ ਵਾਲੀ ਹੋਵੇ ਉਹਨੂੰ ਚੇਚੇ ਫਿਰ ਗੱਡੀਆਂ ਦੇ ਵਿੱਚ ਬਿਠਾ ਕਰਕੇ ਕਮਰਿਆਂ ਤੱਕ ਛੱਡਿਆ ਜਾਂਦਾ। ਇਸ ਤਰ੍ਹਾਂ ਦੀ ਉਹ ਸੇਵਾ ਕਰਦੇ ਸਨ। ਨਿਤ ਉਪਕਾਰ ਕਰਨ ਅਬਿਲਾਖੀ, ਉਹਦੇ ਮਨ ਦੇ ਵਿੱਚ ਇਹੀ ਅਬਲਾਖਾ ਸੀ ਕਿ ਭਾਈ ਮੈਂ ਉਪਕਾਰ ਕਰਾਂ, ਮੈਂ ਸੇਵਾ ਕਰਨਾ ਕਰਾਂ, ਕਿਉਂਕਿ ਗੁਰੂ ਘਰ ਦੇ ਵਿੱਚ ਧਾਰਮਿਕ ਅਸਥਾਨਾਂ ਦੇ ਵਿੱਚ ਰਹਿ ਕਰਕੇ ਪਿਆਰਿਓ ਸਿਰਫ ਆਪਣੀ ਜੇਬ ਭਰੀ ਜਾਓ, ਆਪਣੇ ਵਾਸਤੇ ਤੁਸੀਂ ਮਾਇਆ ਇਕੱਤਰ ਕਰੀ ਜਾਓ। ਉਹ ਮਾਇਆ ਬਹੁਤ ਜ਼ਿਆਦਾ ਦੁਖਦਾਈ ਹੁੰਦੀ ਹੈ। ਉਹ ਮਾਇਆ ਫਿਰ ਜਦੋਂ ਨਿਕਲਦੀ ਬਹੁਤ ਗਲਤ ਤਰੀਕੇ ਦੇ ਨਾਲ, ਇਸ ਕਰਕੇ ਕਿ ਇਹ ਗੁਰੂ ਘਰ ਦੀ ਮਾਇਆ ਪਰਉਪਕਾਰ ਦੇ ਵਾਸਤੇ ਹੀ ਜਦੋਂ ਆਪਾਂ ਲਾਉਂਦੇ ਹਾਂ ਤਾਂ ਹੀ ਪਿਆਰਿਓ ਇਹ ਫਲੀਭੂਤ ਹੁੰਦੀ ਹੈ। ਜਿਹੜੇ ਵੀ ਪਿਆਰਿਓ ਗੁਰੂ ਘਰ ਦੇ ਵਿੱਚ ਚੋਰੀਆਂ ਕਰਦੇ ਹਨ, ਗਲਤ ਕੰਮ ਕਰਦੇ, ਗਲਤ ਤਰੀਕੇ ਦੇ ਨਾਲ ਗੁਰੂ ਘਰ ਦੀ ਮਾਇਆ ਹੜਪ ਕਰਦੇ, ਬਹੁਤ ਬੁਰਾ ਪਿਆਰਿਓ ਫਿਰ ਬਾਅਦ ਦੇ ਵਿੱਚ ਨਤੀਜਾ ਨਿਕਲਦਾ, ਬਹੁਤ ਬੁਰਾ ਹਸ਼ਰ ਹੁੰਦਾ ਹੈ। ਕਿਉਂਕਿ ਇਹ ਮਾਇਆ ਪਰਉਪਕਾਰ ਵਾਸਤੇ, ਆਮ ਸੰਗਤ ਜੋ ਭੇਟਾ ਕਰਦੀ ਨਾ ਮਾਇਆ, ਉਹ ਸਾਡੇ ਵਾਸਤੇ ਨਹੀਂ ਕਰਦੀ ਹੈ। ਹਾਂ, ਜਿਹੜੇ ਸੇਵਾਦਾਰ ਹਨ ਗੁਰੂ ਘਰ ਦੇ ਵਿੱਚ, ਕਈ ਵਾਰੀ ਸੇਵਾਦਾਰ ਵੀ ਪੁੱਛਦੇ ਕੀ ਕਰਨਾ। ਨਹੀਂ ਪਿਆਰਿਓ, ਇੱਕ ਮਰਿਆਦਾ ਹੈ। ਮਹਾਰਾਜ ਜੀ ਨੇ ਰਹਿਤਨਾਮਿਆਂ ਦੇ ਵਿੱਚ ਆਪ ਦੱਸਿਆ ਕਿ ਕੋਈ ਆ ਕਰਕੇ ਤੁਹਾਡੀ ਸੇਵਾ ਕਰੇ, ਤੁਹਾਨੂੰ ਕਵੇ ਬਾਬਾ ਜੀ ਆ ਸੇਵਾਦਾਰੋ, ਆ ਤੁਹਾਨੂੰ ਅਸੀਂ ਸੇਵਾ ਕਰਨੀ ਚਾਹੁੰਦੇ ਆ, ਮਾਇਆ ਦੇਣੀ ਚਾਹੁੰਦੇ ਆ, ਜਾਂ ਪ੍ਰਸ਼ਾਦਾ ਛਕਾਉਣਾ ਚਾਹੁੰਦੇ ਆ, ਬਸਤਰ ਦੇਣਾ ਚਾਹੁੰਦੇ ਆ, ਤਾਂ ਪਿਆਰਿਓ ਮੰਗ ਕੇ ਨਹੀਂ ਲੈਣਾ। ਹਾਂ, ਕੋਈ ਸ਼ਰਧਾ ਭਾਵਨਾ ਦੇ ਨਾਲ ਗੁਰੂ ਕਾ ਸਿੱਖ ਜਾਣ ਕਰਕੇ, ਗੁਰੂ ਕਾ ਸੇਵਕ ਜਾਣ ਕਰਕੇ ਤੁਹਾਡੀ ਸੇਵਾ ਕਰੇ ਤਾਂ ਠੀਕ ਹੈ, ਉਹ ਆਪਣੀ ਉਹਦੀ ਖੁਸ਼ੀ ਹੈ। ਲੇਕਿਨ ਜਦੋਂ ਆਪਾਂ ਮੰਗ ਕੇ ਲੈਂਦੇ ਆ, ਕੋਈ ਆ ਕਰਕੇ ਦਵੇ ਸਾਨੂੰ 50 ਰੁਪਏ ਅਰਦਾਸੇ, ਆਪਾਂ ਫੇਕ ਦਿੰਦੇ, ਕਹਿੰਦੇ ਲੈ ਭਾਈ ਇੰਨਾ ਕਮਾਉਂਦਾ, 50 ਦਮੜੇ ਦਿੰਦਾ, ਚੱਲ 500 ਦੀ ਨੋਟ ਕੱਢ, ਚੱਲ ਭਾਈ 2000 ਦੇ, 5000 ਦੇ। ਉੱਥੇ ਫਿਰ ਪਿਆਰਿਓ ਕੰਮ ਜਿਹੜਾ ਖਰਾਬ ਹੋ ਜਾਂਦਾ। ਜੋ ਸ਼ਰਧਾ ਭਾਵਨਾ ਦੇ ਨਾਲ ਦੇ ਦਵੇ, ਮੁੱਠ ਬੰਦ ਕਰਕੇ ਮੰਗਣਾ ਨਹੀਂ ਚਾਹੀਦਾ, ਜੋ ਦੇ ਦਿੰਦੇ ਪ੍ਰੇਮ ਦੇ ਨਾਲ ਰੱਖ ਵੀ ਲੈਣਾ ਚਾਹੀਦਾ, ਫਿਰ ਮੰਗ ਨਹੀਂ ਕਰਨੀ ਚਾਹੀਦੀ ਹੈ। ਕਦੇ ਜਾਓ ਪ੍ਰਸ਼ਾਦਾ ਵੀ ਕੋਈ ਛਕਣ ਵਾਸਤੇ, ਕਈ ਵਾਰੀ ਕੋਈ ਗਰੀਬ ਸੱਦੇ ਨਾ, ਆਪਾਂ ਕਹਿੰਦੇ ਆ ਇਹ ਗਰੀਬ ਹੈ ਜੀ, ਇਹਨੇ ਤਾਂ ਸੁੱਕੀ ਦਾਲ ਰੋਟੀ ਬਣਾਉਣੀ ਹੈ, ਕੀ ਜਾਣਾ ਇਹਦੇ ਕੋਲ। ਲੇਕਿਨ ਪਤਾ ਲੱਗਦਾ ਜੀ ਅਗਲਾ ਐਨ ਮਾਇਆਤਾਰੀ ਹੈ, ਵਧੀਆ ਛਤੀ ਪਦਾਰਥ ਦਾ ਭੋਜਨ ਮਿਲੇਗਾ, ਅਰਦਾਸਾ ਵੀ ਗੱਫਾ ਵੀ ਤਗੜਾ ਮਿਲੇਗਾ, ਉੱਥੇ ਆਪਾਂ ਫਿਰ ਵੱਧ ਕੇ ਜਾਂਦੇ। ਨਹੀਂ ਪਿਆਰਿਓ, ਇਸ ਤਰ੍ਹਾਂ ਨਹੀਂ ਹੈ। ਜਿਸ ਤਰ੍ਹਾਂ ਸੜਦਾ ਬਣਦਾ, ਇਹ ਵੀ ਨਹੀਂ ਕਿ ਅਮੀਰ ਦੇ ਕੋਲ ਨਾ ਹੀ ਜਾਓ। ਹਾਂ, ਕੋਈ ਗਰੀਬ ਵੀ ਸੱਦਦਾ, ਉਹਦੀ ਭਾਵਨਾ ਨੂੰ ਰੱਖ ਕਰਕੇ ਉਹਦੇ ਕੋਲ ਵੀ ਜਾਓ। ਹਾਂ, ਕੋਈ ਅਮੀਰ ਵੀ ਸੱਦਦਾ, ਮੰਗਣਾ ਨਹੀਂ ਹੈ, ਮੰਗ ਨਹੀਂ ਕਰਨੀ ਹੈ। ਜਿਸ ਤਰ੍ਹਾਂ ਕੋਈ ਦੇ ਦੇਵੇ, ਭਲਾ ਜਾਣ ਕਰਕੇ ਗੁਰੂ ਕੇ ਨਮਿਤ ਉਹਦੀ ਅਰਦਾਸ ਕਰਨੀ ਬਣਦੀ ਹੈ। ਜਿਉ ਅਵਨੀ ਪਰ ਸਫਲਿਓ ਸਾਖੀ, ਜਿਸ ਤਰ੍ਹਾਂ ਕਿ ਅਵਨੀ ਦੇ ਉੱਤੇ, ਧਰਤੀ ਦੇ ਉੱਤੇ ਕਵੀ ਰਾਜ ਜੀ ਦ੍ਰਿਸ਼ਟਾਂਤ ਦਿੰਦੇ ਹਨ, ਦਰਖਤ ਜਿਹੜਾ ਹੈ ਸਫਲ ਹੋ ਜਾਂਦਾ ਹੈ, ਭਾਵ ਕਿ ਜਦੋਂ ਫਲ ਲੱਗਦੇ ਨਾ ਤੇ ਦਰਖਤ ਪਿਆਰਿਓ ਪਰਉਪਕਾਰੀ ਹੁੰਦਾ ਹੈ। ਫਰੀਦ ਸਾਹਿਬ ਜੀ ਨੇ ਵੀ ਕਿਹਾ ਨਾ, ਫਰੀਦਾ ਦਰਵੇਸ਼ਾਂ ਨੂੰ ਲੋੜੀ ਹੈ ਰੁੱਖਾਂ ਦੀ ਜੀਰਾਂਦ। ਜਿਸ ਤਰ੍ਹਾਂ ਕਿ ਰੁੱਖ ਜਿਹੜਾ ਹੈ ਸਦਾ ਪਰਉਪਕਾਰ ਜਿਹੜਾ ਹੈ ਉਹ ਚਿਤਵਦਾ, ਇਸ ਤਰ੍ਹਾਂ ਹੀ ਜੋ ਅਸਲੀ ਸੰਤ ਮਹਾਂਪੁਰਖ ਹੁੰਦੇ ਹਨ, ਉਹ ਰੁੱਖਾਂ ਦੀ ਜੀਰਾਂਦ ਦੇ ਵੱਤ ਦੂਜਿਆਂ ਦੇ ਉੱਤੇ ਪਰਉਪਕਾਰ ਕਰਦੇ। ਤਹਿ ਡੇਰੇ ਕੇ ਜਾਏ ਸਮੀਪ, ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਹੁਣ ਉਹਦਾ ਉਧਾਰ, ਉਹਨੂੰ ਸਿੱਖਿਆ ਦੇਣ ਵਾਸਤੇ ਬਾਲ ਗੁੰਦਾਈ ਦੇ ਡੇਰੇ ਦੇ ਲਾਗੇ ਚੱਲ ਗਏ। ਬੈਠ ਰਹੇ ਬੇਦੀ ਕੁਲਦੀਪ, ਬੇਦੀ ਕੁਲਦੀਪ ਗੁਰੂ ਨਾਨਕ ਦੇਵ ਜੀ ਮਹਾਰਾਜ ਡੇਰੇ ਦੇ ਬਾਰ-ਬਾਰ ਬੈਠੇ ਹਨ। ਬਾਲ ਗੁੰਦਾਈ ਜਬ ਸੁਧ ਹੋਈ, ਜਦੋਂ ਬਾਲ ਗੁੰਦਾਈ ਨੂੰ ਇਸ ਗੱਲ ਦਾ ਪਤਾ ਚੱਲਿਆ ਕਿ ਕੋਈ ਮਹਾਂਪੁਰਖ ਡੇਰੇ ਦੇ ਬਾਰ-ਬਾਰ ਆਏ, ਵਹਿਰ ਅਤੀਤ ਬੈਠ ਰਹੇ ਦੋਈ, ਜਦੋਂ ਉਹਨਾਂ ਨੂੰ ਪਤਾ ਚੱਲਿਆ ਦੋ ਅਤੀਤ, ਇੱਕ ਸਤਿਗੁਰੂ ਮਹਾਰਾਜ, ਦੂਜਾ ਕਿਉਂਕਿ ਭਾਈ ਮਰਦਾਨਾ ਜੀ ਚਲਾਣਾ ਕਰ ਗਏ, ਭਾਈ ਬਾਲਾ ਜੀ ਮੌਜੂਦ ਹਨ, ਨਹੀਂ ਅਗਾਰੀ ਆਵਤ ਸੋ, ਇਹ ਵੀ ਪਤਾ ਚੱਲ ਗਿਆ ਕਿ ਉਹ ਮਹਾਂਪੁਰਖ ਮੇਰੇ ਡੇਰੇ ਦੇ ਵਿੱਚ ਨਹੀਂ ਆ ਰਹੇ ਹਨ। ਚੱਲ ਕਰਕੇ ਜੋਗੀ ਕੋ ਅੰਨ ਹੋ ਜਾਏ, ਜਾ ਕਰਕੇ ਕਹਿੰਦਾ ਕਿ ਤੁਸੀਂ ਜਾਓ, ਜਾ ਕਰਕੇ ਬੇਨਤੀ ਕਰਕੇ ਮਹਾਰਾਜ ਨੂੰ ਮੇਰੇ ਡੇਰੇ ਵਿੱਚ ਲੈ ਕੇ ਆਓ। ਪਹੁੰਚੇ ਸੋ
ਸ੍ਰੀ ਗੁਰ ਜਹ ਥਾਈ। ਜਦੋਂ ਉਹ ਆ ਕਰਕੇ ਮਹਾਰਾਜ ਜੀ ਦੇ ਕੋਲ ਉਹ ਦੋ ਜੋਗੀ ਪਹੁੰਚ ਗਏ। ਦੋਹਰਾ ਚਲਹੁ ਅਤੀਤੁ ਉਠ ਅਬੈ ਬਾਲ ਗੁੰਦਾਈ ਥਾ। ਜਾ ਕਰਕੇ ਬੇਨਤੀ ਕਰਦੇ ਹਨ ਕਿ ਇਹ ਅਤੀਤ ਮਹਾਂਪੁਰਖੋ ਸਤਿਗੁਰੂ ਮਹਾਰਾਜ ਬਾਲ ਗੁੰਦਾਈ ਮਹਾਂਪੁਰਖ ਜੋ ਹੈ ਡੇਰੇਦਾਰ, ਉਹ ਆਪ ਜੀ ਨੂੰ ਬੁਲਾ ਰਿਹਾ, ਸੱਦ ਰਿਹਾ, ਆਪ ਜੀ ਚੱਲਣਾ ਕਰੋ। ਬੈਠਨ ਕੋ ਮੰਦਰ ਭਲੇ ਸੁਖ ਸੋ ਵਹਿ ਗੁਜਰਾ। ਇੱਥੇ ਬਾਰ-ਬਾਰ ਕਿਉਂ ਬੈਠੇ ਹੋਏ ਹੋ? ਵਧੀਆ ਉੱਥੇ ਡੇਰਾ ਕਮਰੇ ਬਣੇ ਹੋਏ ਹਨ, ਉੱਥੇ ਚੱਲ ਕਰਕੇ ਆਪਣਾ ਗੁਜਰਾਨ ਕਰਨਾ ਕਰੋ, ਡੇਰਾ ਕਰਨਾ ਕਰੋ। ਪਈ ਸ੍ਰੀ ਪ੍ਰਭ ਕਹਿਓ ਨਾ ਹਮ ਚਲ ਜਾ। ਅਗੋਂ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਭਾਈ ਅਸੀਂ ਚੱਲ ਕੇ ਨਹੀਂ ਜਾਣਾ ਹੈ। ਜਿਹ ਬੈਠੇ ਹੈ ਤਹ ਰਹਿਣ ਬਿਤਾਵੇ। ਜਿੱਥੇ ਵੀ ਅਸੀਂ ਬਹਿ ਜਾਂਦੇ ਆ ਕੋਈ ਇਹ ਨਹੀਂ ਹੁੰਦਾ ਸਾਡਾ, ਜਿੱਥੇ ਅਸੀਂ ਬੈਠ ਗਏ ਉਥੇ ਸਮਾਂ ਦਿਨ ਰਾਤ ਬਤੀਤ ਕਰ ਦਿੰਦੇ। ਚਾਹੀਏ ਨਿਤ ਅਤੀਤ ਕੋ ਐਸੇ। ਜੋ ਅਤੀਤ ਹੁੰਦਾ ਨਾ, ਜਿਹਨੇ ਤਿਆਗੀ ਕਰ ਦਿੱਤਾ ਨਾ, ਤਾਂ ਫਿਰ ਪਿਆਰਿਓ ਉਹਨੂੰ ਇਹ ਸੁੱਖ ਸੁਵਿਧਾ ਦੀ ਲੋੜ ਨਹੀਂ ਚਾਹੀਦੀ ਹੈ। ਕਿਉਂਕਿ ਅੱਜ ਜੋ ਅਤੀਤ ਬਣਦੇ ਹਨ, ਮਾਫ ਕਰਨਾ ਤਕਰੀਬਨ ਪਿਆਰਿਓ ਜੋ ਚੋਲਾ ਧਾਰਨ ਕਰਦੇ ਅਤੀਤ ਬਣ ਜਾਂਦੇ। ਚੋਲਾ ਧਾਰਨ ਕਰਨਾ ਸੰਤ ਬਣ ਜਾਣਾ, ਜਾਂ ਪਿਆਰਿਓ ਆਪਣਾ ਜੀਵਨ ਜਿਹੜਾ ਹੈ ਸਮਰਪਿਤ ਕਰ ਦੇਣਾ ਗੁਰੂ ਘਰ ਦੇ ਵਾਸਤੇ। ਇਹੀ ਪਿਆਰਿਓ ਗੁਰੂ ਘਰ ਦੇ ਵਿੱਚ ਜਿਸ ਤਰ੍ਹਾਂ ਕਾਰ ਸੇਵਾ ਦੇ ਵਿੱਚ ਸਿੰਘ ਜਿਹੜੇ ਭਰਤੀ ਹੋ ਜਾਂਦੇ ਹਨ, ਨਿਹੰਗ ਸਿੰਘ ਸੰਪਰਦਾਵਾਂ ਦੇ ਵਿੱਚ, ਟਕਸਾਲਾਂ ਦੇ ਵਿੱਚ, ਕਿਉਂ ਇਹਦੇ ਵਿੱਚ ਭਰਤੀ ਹੁੰਦੇ? ਕਿਉਂਕਿ ਉਹਨਾਂ ਨੇ ਕਹਿ ਦਿੱਤਾ ਕਿ ਇਹ ਜਨਮ ਤੁਮਾਰੇ ਲੇਖੇ। ਉਹਨਾਂ ਨੇ ਆਪਣਾ ਜਨਮ ਜਿਹੜਾ ਹੈ ਮਹਾਰਾਜ ਜੀ ਦੇ ਲੇਖੇ ਲਾ ਲਿਆ, ਉਹ ਅਤੀਤ ਬਣ ਗਏ। ਤੇ ਮਹਾਰਾਜ ਜੀ ਨੇ ਕਿਹਾ ਅਤੀਤ ਸਦਾਏ ਮਾਇਆ ਕਾ ਮਾਤਾ, ਮਨ ਨਹੀਂ ਪ੍ਰੀਤ ਕਹੈ ਮੁਖ ਰਾਤਾ। ਜਿਹੜਾ ਆਪਣੇ ਆਪ ਨੂੰ ਕਹਿੰਦਾ ਜੀ ਮੈਂ ਅਤੀਤ ਹਾਂ, ਮੈਨੇ ਸਾਰਿਆਂ ਦਾ ਤਿਆਗ ਕਰ ਦਿੱਤਾ, ਤੇ ਤਿਆਗ ਪਿਆਰਿਓ ਫਿਰ ਸੁੱਖਾਂ ਦਾ ਵੀ ਤਿਆਗ ਕਾ ਮਾਤਾ, ਮਨ ਨਹੀਂ ਪ੍ਰੀਤ, ਮਨ ਦੇ ਵਿੱਚੋਂ ਤਾਂ ਕੋਈ ਪ੍ਰੀਤ ਨਹੀਂ ਹੈ। ਕਹੈ ਮੁਖ ਰਾਤਾ, ਬਾਹਰੋਂ ਤਾਂ ਕਹਿ ਦਿੰਦਾ ਜੀ ਅਤੀਤ ਬਣ ਗਿਆ। ਕਈ ਪਿਆਰਿਓ ਫਿਰ ਜਦੋਂ ਵੇਖਦੇ ਹਨ ਕੋਈ ਮਹਾਂਪੁਰਖ ਜਿਹੜਾ ਹੈ ਬੜੀ ਪਿਆਰਿਓ ਸ਼ਾਨੋ ਸ਼ੌਕਤ ਹੈ, ਬਹੁਤ ਜ਼ਿਆਦੀ ਬੱਲੇ ਬੱਲੇ, ਬਹੁਤ ਇਹਦੇ ਡੇਰੇ ਹਨ, ਬਹੁਤ ਗੱਡੀਆਂ ਹਨ, ਬਹੁਤ ਅਯਾਸ਼ੀ ਦੇ ਵਿੱਚ ਕਈ ਪਿਆਰਿਓ ਇਹੋ ਜਿਹੇ ਲੋਕ ਚੋਲਾ ਧਾਰਨ ਕਰਕੇ ਅਸਲ ਦੇ ਵਿੱਚ ਅਤੀਤ ਦਾ ਮਤਲਬ ਫੱਕੜ ਜਿਹੜਾ ਹੈ, ਜਿਹਨੇ ਸਾਰਿਆਂ ਦਾ ਤਿਆਗ ਕਰ ਦਿੱਤਾ। ਫਿਰ ਅੱਜ ਕੱਲ੍ਹ ਜ਼ਿਆਦਾ ਕਰਕੇ ਜੋ ਹਨ ਸੰਤਾਂ ਦੀ ਸੁਵਿਧਾ ਸੁੱਖ ਸੁਵਿਧਾ ਵੇਖ ਕਰਕੇ ਉਹਨਾਂ ਨੂੰ ਵੀ ਲੱਗਦਾ ਕਿ ਚਲੋ ਜੀ ਕੋਈ ਆਪਾਂ ਕੰਮ ਨਹੀਂ ਕਰ ਸਕਦੇ ਆ, ਨਿਕੰਮੇ ਆ, ਤੇ ਚਲੋ ਆਪਾਂ ਸੰਤ ਬਣ ਜਾਈਏ, ਬਾਬੇ ਬਣ ਜਾਈਏ, ਇਹਦੇ ਨਾਲ ਵਧੀਆ ਮਾਇਆ ਮਿਲ ਜਾਵੇਗੀ, ਮਨੌਤ ਵੀ ਹੋ ਜਾਵੇਗੀ। ਨਹੀਂ ਪਿਆਰਿਓ, ਇਹ ਅਤੀਤ ਦੀ ਪਰਿਭਾਸ਼ਾ ਨਹੀਂ ਹੈ। ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਨਾ, ਜੋ ਅਤੀਤ ਹੁੰਦੇ ਉਹਨਾਂ ਨੂੰ ਇੰਜ ਹੀ ਕਰਨਾ ਚਾਹੀਦਾ, ਸਾਰਿਆਂ ਦਾ ਤਿਆਗ। ਫਿਰ ਉਹ ਸੁਖ ਸੁਵਿਧਾ ਨਹੀਂ ਲੋੜਦੇ ਹਨ। ਹਾਂ ਮਿਲ ਗਈ, ਉਹ ਪਰਿਸ਼ਰਮੀ ਹੁੰਦੇ ਹਨ, ਸੇਵਾ ਕਰਦੇ ਡਟ ਕੇ ਉਹ ਵਿਚਰਦੇ ਹਨ। ਕਈ ਵਾਰੀ ਆਪਾਂ ਵੇਖਦੇ ਹਾਂ ਕਈ ਜੋ ਸਾਧੂ ਸੰਤ ਪਿਆਰਿਓ, ਤੇ ਜਦੋਂ ਨਿਕਲਣਾ ਹੋਵੇ ਕਹਿੰਦੇ ਜੀ ਹੁਣ ਧੁੱਪ ਬੜੀ ਹੈ ਤੇ ਅਸੀਂ ਨਹੀਂ ਨਿਕਲ ਸਕਦੇ ਹਾਂ, ਗਰਮੀ ਲੱਗ ਜਾਵੇਗੀ। ਥੋੜਾ ਵੀ ਕਿੱਥੇ ਬਹਿ ਗਏ ਤੇ ਉਹ ਪਹਿਲੇ ਪੁੱਛ ਲੈਂਦੇ ਜੀ ਉੱਥੇ ਏਸੀ ਲੱਗਿਆ ਕਿ ਨਹੀਂ ਲੱਗਿਆ। ਪਿਆਰਿਓ ਇੰਜ ਏਸੀ ਦੇ ਵਿੱਚ ਹੀ ਰਹਿਣਾ, ਤੂੰ ਗ੍ਰਸਤੀ ਬਣ ਜਾਂਦੋ ਉਹਦੇ ਨਾਲ ਤਾਂ ਵਧੀਆ ਸੀ, ਲੇਕਿਨ ਅਤੀਤ ਬਣ ਕਰਕੇ, ਤਿਆਗੀ ਬਣ ਕਰਕੇ ਇਹਨਾਂ ਸੁਵਿਧਾ ਦੀ ਤੂੰ ਲੋੜ ਕਰੇਗਾ ਜੀ, ਏਸੀ ਚਾਹੀਦਾ ਜੀ, ਆ ਮੈਨੂੰ ਇੰਨਾ ਭੋਜਨ ਚਾਹੀਦਾ, ਉਹ ਚਾਹੀਦਾ। ਫਿਰ ਉਹ ਅਤੀਤ ਕਾਦਾ ਅਤੀਤ ਹੈ, ਉਹ ਤਾਂ ਫਿਰ ਪਿਆਰਿਓ ਬਹੁਤ ਜ਼ਿਆਦਾ ਭੋਗੀ ਹੈ, ਪਦਾਰਥਾਂ ਨੂੰ ਤਾਂ ਉਹ ਵੀ ਭੋਗ ਕਰ ਰਿਹਾ। ਇਸ ਕਰਕੇ ਮਹਾਂਪੁਰਖ ਪਿਆਰਿਓ ਜਿਹੜੇ ਆਪਾਂ ਪੁਰਾਤਨ ਮਹਾਂਪੁਰਖਾਂ ਨੂੰ ਵੇਖਦੇ ਹਾਂ, ਹੁੰਦਾ ਪਿਆਰਿਓ ਬਹੁਤ ਤਗੜਾ ਉਹਨਾਂ ਦਾ ਸਰਮਾਇਆ ਹੁੰਦਾ, ਲੱਖਾਂ ਅਰਬਾਂ ਰੁਪਏ ਉਹਨਾਂ ਦੇ ਕੋਲ ਗੁਰੂ ਘਰ ਦੀ ਸੇਵਾ ਹੁੰਦੀ, ਮਾਇਆ ਹੁੰਦੀ, ਲੇਕਿਨ ਉਹਨਾਂ ਨੂੰ ਵੇਖੋ ਨਾ ਐਨ ਫੱਕੜ ਬਣ ਕਰਕੇ ਰਹਿੰਦੇ ਸਨ। ਕੋਈ ਪੈਰਾਂ ਦੇ ਵਿੱਚ ਜੋੜਾ ਵੀ ਨਹੀਂ ਪਾਉਣਾ, ਹੱਥ ਪੈਰ ਉਹਨਾਂ ਦੇ ਦੇਖੋ ਐਨ ਮਜ਼ਬੂਤ ਪੱਥਰ ਦੇ ਵਾਂਗੂ ਹੋ ਜਾਂਦੇ, ਕਿਉਂਕਿ ਕੋਈ ਸੇਵਾ ਨਹੀਂ ਕਰਨੀ ਹੈ, ਲੇਕਿਨ ਇਹਦੇ ਵਾਸਤੇ ਹੱਥ ਬੜੇ ਕੂਲੇ। ਥੋੜਾ ਵੀ ਕੋਈ ਕੰਮ ਕਰੋ, ਕਦੇ ਗੁਰੂ ਘਰ ਦੇ ਵਿੱਚ ਸੇਵਾ ਨਹੀਂ ਕਰਨੀ ਹੈ, ਕਦੇ ਲੋਕ ਭਲਾਈ ਦਾ ਕਾਰਜ ਨਹੀਂ ਕਰਨਾ, ਉਹ ਕਾਦਾ ਅਤੀਤ ਹੈ। ਜਦੋਂ ਪਿਆਰਿਓ ਆਪਾਂ ਕਈ ਮਹਾਂਪੁਰਖਾਂ ਦਾ ਜੀਵਨ ਪੜ੍ਹਦੇ ਹਾਂ, ਬਾਬਾ ਜੀਵਨ ਸਿੰਘ ਜੀ, ਬਾਬਾ ਦਲੀਪ ਸਿੰਘ ਜੀ, ਔਰ ਵੀ ਪਿਆਰਿਓ ਤਖਤ ਸਾਹਿਬ ਜੀ ਦੇ ਜੋ ਮਹਾਂਪੁਰਖ ਹੋਏ ਸਨ, ਬਾਬਾ ਜੋਗਿੰਦਰ ਸਿੰਘ ਸਾਹਿਬ ਜੀ, ਤੇ ਜਿਨ੍ਹਾਂ ਨੇ ਦਰਸ਼ਨ ਕਰਨੇ ਕੀਤੇ, ਉਹ ਦੱਸਦੇ ਬਾਬਾ ਜੀ ਦੇ ਪੂਰੇ ਗੋਡੇ ਜਿਹੜੇ ਛਿਲੇ ਗਏ ਸਨ, ਹੱਥ ਐਨ ਸਖਤ ਕਰੜੇ ਬਣ ਗਏ।
ਇੰਨੀ ਜ਼ਿਆਦੀ ਸੇਵਾ ਕਰੋਗੇ ਤਾਂ ਫਿਰ ਤਾਂ ਸਰੀਰ ਤਾਂ ਮਜ਼ਬੂਤ ਹੋਵੇਗਾ। ਕੀ ਸੁੱਖ ਸੁਵਿਧਾ ਹੈ ਪਿਆਰਿਓ। ਲੇਕਿਨ ਅਤੀਤ ਜਿਹੜਾ ਹੈ ਉਹਨੂੰ ਇੰਜ ਹੀ ਚਾਹੀਦਾ ਹੈ, ਜਿਹੜਾ ਅਤੀਤ ਰਹਿ ਕਰਕੇ ਸੁੱਖ ਦੀ ਭਾਲ ਕਰੇ, ਸੋਚੇ ਕਿ ਵਧੀਆ ਮੈਨੂੰ ਕਮਰਾ ਮਿਲ ਜਾਵੇ, ਵਧੀਆ ਏਸੀ ਲੱਗੀ ਹੋਵੇ, ਵਧੀਆ ਪ੍ਰਸ਼ਾਦਾ ਮਿਲ ਜਾਵੇ, ਉਹ ਅਤੀਤ ਕਾਦਾ ਅਤੀਤ ਹੈ। ਆਏ ਜੋ ਬਨ ਹੈ ਬਿਤਾਵਹਿ ਤੈਸੀ। ਜੋ ਵੀ ਆ ਗਿਆ ਨਾ ਅਤੀਤ, ਉਹ ਆਗ੍ਰਹਿ ਨਹੀਂ ਕਰਦਾ, ਪੂਰਵ ਆਗ੍ਰਹਿ ਨਹੀਂ ਕਰਦਾ। ਆ ਗਿਆ, ਮਿਲ ਗਿਆ, ਛਕ ਲਿਆ। ਰੁੱਖੀ ਸੁੱਖੀ ਮਿਲ ਗਈ, ਉਹ ਛਕ ਲਈ ਹੈ। ਕੋਈ ਪ੍ਰੇਮ ਦੇ ਨਾਲ ਕੁਝ ਬਣਾ ਕਰਕੇ ਵਧੀਆ ਭੋਜਨ ਵੀ ਲਿਆਇਆ ਤੇ ਪ੍ਰਮਾਤਮਾ ਦੀ ਦਾਤ ਸਮਝ ਕਰਕੇ ਛਕ ਲੈਂਦੇ ਹਨ। ਜਾਂ ਫਿਰ ਕਈ ਵਾਰੀ ਸੁਵਿਧਾ ਮਿਲ ਗਈ ਲੇਕਿਨ ਮੰਗ ਨਹੀਂ ਹੁੰਦੀ ਹੈ ਕਿ ਮੈਂ ਇਹਦੇ ਵਿੱਚ ਹੀ ਰਹਿਣਾ ਜੀ, ਮੈਂ ਇੰਜ ਹੀ ਕਰਨਾ। ਜੋ ਮਿਲ ਗਿਆ ਰੱਬ ਦੇ ਭਾਣੇ ਦੇ ਵਿੱਚ ਉਹ ਛਕ ਲੈਂਦੇ। ਉਹ ਅਸਲੀ ਅਤੀਤ ਹਨ, ਉਹ ਅਸਲੀ ਸੰਤ ਹਨ, ਉਹ ਅਸਲੀ ਮਹਾਂਪੁਰਖ ਹਨ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਨੇ ਉਹਨਾਂ ਸੰਤਾਂ ਨੂੰ ਬਚਨ ਕਰਨਾ ਕੀਤਾ। ਹੁਣ ਜੋਗੀ ਜਾ ਕਰਕੇ ਕਿਸ ਤਰ੍ਹਾਂ ਬਾਲ ਗੁੰਦਾਈ ਨੂੰ ਬੇਨਤੀ ਕਰਦੇ, ਕਿਸ ਤਰ੍ਹਾਂ ਮਹਾਰਾਜ ਜੀ ਆ ਕਰਕੇ ਇਹਨਾਂ ਨੂੰ ਸਿੱਖਿਆ ਦੇਣਗੇ, ਉਹ ਪ੍ਰਸੰਗ ਆਉਣ ਵਾਲੇ ਅਗਲੇ ਦੀਵਾਨਾਂ ਦੇ ਵਿੱਚ ਸਰਵਣ ਕਰਨਾ ਹੈ। ਹੁਣ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ ਤੇ ਸੰਗਤਾਂ ਦੇ ਵਾਸਤੇ ਪਿਆਰਿਓ ਪ੍ਰਬੰਧਕਾਂ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਮਿਤੀ 12 ਜੂਨ ਨੂੰ ਤਖਤ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋਵੇਗਾ। ਜਿਨ੍ਹਾਂ ਅੰਮ੍ਰਿਤ ਅਭਿਲਾਖੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ ਉਹ 12 ਜੂਨ ਨੂੰ ਅੰਮ੍ਰਿਤ ਦੀ ਦਾਤ ਤਖਤ ਸਾਹਿਬ ਜੀ ਦੇ ਵਿੱਚ ਪ੍ਰਾਪਤ ਕਰ ਸਕਦੇ ਹਨ। ਇਹਦੇ ਨਾਲ ਨਾਲ ਪਿਆਰਿਓ ਜਿਸ ਤਰ੍ਹਾਂ ਹਰ ਰੋਜ਼ ਕਥਾ ਦੇ ਵਿੱਚ ਇਹ ਬੇਨਤੀ ਕੀਤੀ ਜਾ ਰਹੀ ਹੈ ਕਿ ਪ੍ਰਬੰਧਕਾਂ ਵੱਲੋਂ ਬਹੁਤ ਵੱਡੇ ਪੈਮਾਨਿਆਂ ਦੇ ਉੱਤੇ ਵਿਕਾਸ ਦੇ ਕਾਰਜਾਂ ਦੀ ਸੇਵਾ ਦੇ ਵਿੱਚ ਆਪਣਾ ਯੋਗਦਾਨ ਹਿੱਸਾ ਪ੍ਰਾਪਤ ਕਰਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਨੀਆਂ ਕੋਈ ਬੇਨਤੀਆਂ ਪ੍ਰਵਾਨ ਕਰਨਾ ਕਰੋ। ਵਿਚਾਰ ਕਰਦੇ ਹਾਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ ਅੱਗੇ ਤੋਂ ਸਮਤ। ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਰ ਬ੍ਰਹਮ, ਅਬਨਾਸੀ ਅਘਨਾਸ, ਹੈ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣਤਾਸ। ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕਾ। ਹੈ ਗੋਬਿੰਦ ਹੈ ਗੁਣ ਨਿਧਾਨ, ਜਾਂ ਕੈ ਸਦਾ ਵਿਵੇਕ। ਹੈ ਅਪਰੰਪਰ ਹਰ ਹਰੇ, ਹੈ ਪੀ ਹੋਵਨਹਾਰ। ਹੈ ਸੰਤਾਂ ਕੈ ਸਦਾ ਸੰਗ, ਨਿਧਾਰਾ ਆਧਾਰ। ਹੈ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮਦਾਨ, ਰਾਖਾਂ ਹੀਐ ਪਰੋਏ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੈ ਸੋ ਉਤਰੈ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਣਹੁ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ।
ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸਾਚਾ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਚੋਜੀ ਪਿਆਰੇ ਗੋਬਿੰਦ ਸਿੰਘ ਜੀ। ਜੀ ਪਿਆਰੇ ਗੋਬਿੰਦ ਸਿੰਘ ਜੀ। ਵਾਹੋ ਵਾਹੋ 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 ਗੋਬਿੰਦ ਸਿੰਘ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ ਅੱਗੇ ਤੋਂ ਸਮਤ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਬੋਲੇ ਸੋ ਨਿਹਾਲ।